श्री नानक पद पंकज बंदन पंकज बंदन सिमरो अंगद दोख दोख निकंदन अमरदास गुर हृदय नित त्यावो हृदय नित त्यावो। श्री गुरु रामदास गुण गावो हरि अर्जन विघ्नन के नासक विघ्नन के नासक। हर गोविंद शोभ सुमत परकासक। श्री हर राय नमो कर जोरी नमो कर जोरी। श्री हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विशाला। तारों तरा पर पुन पुन सीसा जी पुन पुन सीसा। बंदों बार बार जगदीशा। जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। इकंकारा सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सतनाम श्री वाहिगुरु साहिब जी। जब पीपर बाता लेकर ताता चलने पयो तैयार। अक्षत पर थारी बहर सुपारी लीनी कर महतार। पट नव पहराए सुपग सुहाए चलियो तात संग तात। गत चंचल चारी गज सुतवारी हेरत हरखत मात। वाहिगुरु जी का खालसा वाहिगुरु वाहिगुरु जी की फतेह। जुगो जुग अटल शब्द गुरु बाणी के बोहित चवर तखत दे मालक दसां पातशाहियां जी के आत्मक जोत स्वरूप साहिब श्री गुरु ग्रंथ साहिब जी दे हजूर सुभाईमान गुरु सवारे गुरु प्यारे खालसा सत संगी जनों। ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰਸਿੱਖਾਂ ਦੀ ਰਸਤਾਂ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ।
ਬਾਲਪਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਲਵੰਡੀ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਬੱਚਿਆਂ ਦੇ ਵਿੱਚ ਜਿੱਥੇ ਖੇਡਦੇ ਨੇ, ਕੁੱਦਦੇ ਨੇ, ਛਾਲਾਂ ਮਾਰਦੇ, ਉੱਥੇ ਰਾਤ ਨੂੰ ਸ਼ਾਮ ਦੇ ਵਕਤ ਬੱਚਿਆਂ ਨੂੰ ਬਿਠਾ ਕੇ ਸਤਿਗੁਰੂ ਜੀ ਕਥਾ ਕਹਾਣੀਆਂ ਸੁਣਾਉਂਦੇ, ਜਿਹਦੇ ਵਿੱਚ ਜੀਵਨ ਦਾ ਆਸ਼ਾ ਦਰਸਾਉਂਦੇ ਨੇ, ਭਗਤੀ ਕਰਨ ਦਾ ਮਾਰਗ, ਸਫਲਤਾ ਦੀਆਂ ਜੋਤੀਆਂ ਦੱਸਦੇ। ਸਾਰੇ ਬੱਚੇ ਆਪਣਾ ਪੂਰਾ ਧਿਆਨ ਲਾ ਕੇ ਸਤਿਗੁਰਾਂ ਜੀ ਦੇ ਮੁਖਾਰਬਿੰਦ ਤੋਂ ਬਚਨ ਸੁਣਦੇ। ਫਿਰ ਸਤਿਗੁਰੂ ਜੀ ਆਪਣੇ ਘਰੇ ਆ ਜਾਂਦੇ। ਸਵੇਰੇ ਫਿਰ ਇਸੇ ਤਰ੍ਹਾਂ ਹੀ ਇਹ ਸਿਲਸਿਲਾ ਜਾਰੀ ਰਹਿੰਦਾ। ਹੁਣ ਜਦੋਂ ਪਿਤਾ ਜੀ ਵੇਖਦੇ ਕਿ ਪੁੱਤਰ ਹੁਣ ਪੜ੍ਹਨ ਦੇ ਯੋਗ ਹੋ ਗਿਆ ਤਾਂ ਇਹਨੂੰ ਪੜ੍ਹਾਉਣਾ ਚਾਹੀਦਾ। ਇਹ ਮਾਤਾ ਪਿਤਾ ਦਾ ਮੁੱਢਲਾ ਫਰਜ਼ ਹੈ। ਬਾਕੀ ਮੇਰਾ ਜਿਹੜਾ ਕੰਮ ਹੈ, ਮੇਰਾ ਕੰਮ ਤਾਂ ਹਿਸਾਬ ਤੋਂ ਬਿਨਾਂ ਚੱਲਦਾ ਹੀ ਨਹੀਂ ਹੈ। ਇਹਦੇ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਇਹ ਮਨ ਬਣਾ ਕੇ ਪਿਤਾ ਜੀ ਆਪਣੇ ਪੁੱਤਰ ਨੂੰ ਲੈ ਕੇ ਪਾਂਧੇ ਦੇ ਕੋਲ ਜਾਂਦੇ ਨੇ। ਇੱਥੋਂ ਕਥਾ ਦੀ ਰਮਤਾ ਹੁੰਦੀ ਹੈ। ਔਰ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਪੀ ਪ੍ਰਭਾਤਾ ਲੈ ਕਰ ਤਾਤਾ। ਸਤਿਗੁਰਾਂ ਜੀ ਦੇ ਪਿਤਾ ਜੀ ਅੰਮ੍ਰਿਤ ਵੇਲਾ ਹੁੰਦਾ, ਸਵੇਰ ਦਾ ਸਮਾਂ, ਤਾਂ ਆਪਣੇ ਪੁੱਤਰ ਨੂੰ ਨਾਲ ਲੈਂਦੇ ਹਨ। ਚਲਨੇ ਭਇਓ ਤਿਆਰ। ਚੱਲਣ ਨੂੰ ਤਿਆਰ ਹੋਏ ਨੇ ਘਰੋਂ। ਅਛਤ ਭਰ ਥਾਰੀ ਬਹੁਤ ਸੁਪਾਰੀ। ਫਿਰ ਇੱਕ ਥਾਲ ਜਿਹੜਾ ਉਹ ਚੌਲਾਂ ਦਾ ਭਰਿਆ ਜਾਂਦਾ ਹੈ। ਉੱਪਰ ਸੁਪਾਰੀ ਰੱਖੀ ਜਾਂਦੀ, ਕੁਝ ਮਾਇਆ ਰੱਖੀ ਜਾਂਦੀ ਹੈ। ਲੀਨੀ ਕਰ ਮਹਿ ਧਾਰ। ਇਹ ਘਰੋਂ ਲੈ ਕੇ ਚੱਲਦੇ ਹਨ। ਪਟ ਨਵ ਪਹਿਰਾਏ ਸੁਭਗ ਸੁਹਾਏ। ਮਾਤਾ ਜੀ ਨੇ ਪੁੱਤਰ ਨੂੰ ਤਿਆਰ ਕੀਤਾ, ਸੋਹਣੇ ਕੱਪੜੇ ਪਵਾਏ ਨੇ। ਚਲਿਓ ਤਾਤ ਸੰਗ ਤਾਤ। ਪਿਤਾ ਦੇ ਨਾਲ ਪੁੱਤਰ ਚੱਲ ਪਿਆ ਹੈ। ਗਤ ਚੰਚਲ ਚਾਰੀ ਗਜ ਸੁਤਵਾਰੀ। ਤੇ ਪੁੱਤਰ ਦੀ ਚਾਲ ਨੂੰ ਮਾਤਾ ਜੀ ਵੇਖਦੇ ਨੇ ਜਦੋਂ ਘਰੋਂ ਜਾਂਦੇ ਨੇ ਬਾਹਰ। ਹੇਰਤ ਹਰਖਤ ਮਾਤ। ਮਾਤਾ ਜੀ ਬਹੁਤ ਖੁਸ਼ ਹੁੰਦੇ ਹਨ। ਸਬਈਆ ਜਲ ਜਾਤ ਸੇ ਹੈ ਪਦ ਜਾਤ ਚਲੇ। ਕਮਲ ਦੀ ਨਿਆਈ ਸਤਿਗੁਰਾਂ ਜੀ ਦੇ ਚਰਨ ਨੇ, ਜਿਨ੍ਹਾਂ ਨਾਲ ਤੁਰੇ ਜਾਂਦੇ ਨੇ। ਗਹਿ ਤਾਤ ਕਰਾ ਗੁਰ ਹਾਥ ਉਚਾਈ। ਤੇ ਪਿਤਾ ਜੀ ਦੀ ਉਂਗਲ ਪਕੜੀ ਹੋਈ ਹੈ ਸਤਿਗੁਰਾਂ ਜੀ ਨੇ। ਕਰ ਕੰਕਨ ਸੋ ਕਟ ਕਿੰਕਨ ਹੈ। ਸੋਹਣੇ ਕੁੰਡਲ ਪਾਏ ਹੋਏ ਹਨ। ਕਲ ਕੁੰਡਲ ਲੋਲ ਕਪੋਲ ਨਚਾਈ। ਜਿਨ੍ਹਾਂ ਦੀ ਝਲਕ ਪੈਂਦੀ ਹੈ ਚਿਹਰੇ ਦੇ ਉੱਤੇ, ਗੱਲਾਂ ਦੇ ਉੱਤੇ। ਦਲ ਲੋਚਨ ਕੰਜ ਬੇਸਾਲ ਪਲੇ। ਸਤਿਗੁਰਾਂ ਜੀ ਦੇ ਨੇਤਰਾਂ ਦੀ ਗੱਲ ਕਰਦੇ ਹਨ, ਜਿਵੇਂ ਕਮਲ ਦੇ ਪੱਤੇ ਚੌੜੇ ਹੁੰਦੇ ਨੇ। ਸਿਰ ਪੈ ਉਸ਼ ਨੀਕ ਹੈ ਨੀਕ ਬਨਾਈ। ਛੋਟੀ ਦੀ ਦਸਤਾਰ ਮਾਤਾ ਜੀ ਨੇ ਆਪਣੇ ਪੁੱਤਰ ਦੇ ਸਿਰ ਤੇ ਬੰਨ੍ਹ ਕੇ ਭੇਜਣਾ ਕੀਤੀ ਹੈ। ਚਟ ਸਾਰ ਜਹਾਇਤ ਚਾਰ ਬਨੀ। ਜਿੱਥੇ ਸੋਹਣੀ ਪਾਠਸ਼ਾਲਾ ਬਣੀ ਹੋਈ ਹੈ। ਬਹੁ ਬਾਰ ਇੱਕ ਬਾਰ ਹੈ ਬਾਰ ਅਲਾਈ। ਇੱਥੇ ਬਹੁਤ ਸਾਰੇ ਬੱਚੇ ਜਿਹੜੇ ਹਨ ਪੜ੍ਹਦੇ ਹਨ, ਇੱਕੋ ਹੀ ਗੱਲ ਨੂੰ ਵਾਰ-ਵਾਰ ਰਟਦੇ ਨੇ। ਦੋਹਰਾ ਬੈਸੇ ਪਾਂਦੇ ਪਾਸ ਤਬ
ਸ੍ਰੀ ਨਾਨਕ ਸੁਖ ਕੰਦ। ਪਾਠਸ਼ਾਲਾ ਦੇ ਵਿੱਚ ਪਿਤਾ ਜੀ ਲੈ ਕੇ ਗਏ, ਗੋਪਾਲ ਪਾਂਧੇ ਦੇ ਕੋਲ ਜਾ ਕੇ ਬੈਠ ਜਾਂਦੇ ਨੇ। ਪਿਤਾ ਜੀ ਬਾਰਿਕ ਰਵ ਸਾਹਿਰ ਕਰ ਜਨ ਅਰਬਿੰਦ ਆਨੰਦ। ਜਦੋਂ ਗੋਪਾਲ ਪਾਂਧੇ ਨੇ ਸਤਿਗੁਰਾਂ ਜੀ ਵੱਲ ਵੇਖਿਆ, ਹੈਰਾਨ ਹੋ ਜਾਂਦਾ ਹੈ ਵੀ ਇਹੋ ਜਿਹਾ ਚਿਹਰਾ, ਇਹੋ ਜਿਹਾ ਮੁਖੜਾ ਮੈਂ ਅੱਜ ਤੱਕ ਨਹੀਂ ਦੇਖਿਆ, ਕਮਲ ਵਰਗਾ। ਕਬਿਤ ਕਾਲੂ ਕਹੇ ਪਾਧਾ ਸੁਨ, ਨਾਨਕ ਹਮਾਰੋ ਸੂਨ। ਕੀ ਕਹਿੰਦੇ ਹਨ? ਗੋਪਾਲ ਪਾਂਧਾ ਜੀ ਨੂੰ ਕਿਹਾ ਪਿਤਾ ਜੀ ਨੇ ਵੀ ਪਾਂਧਾ ਜੀ ਆ ਮੇਰਾ ਪੁੱਤਰ ਹੈ ਨਾਨਕ, ਤੇ ਤੁਸੀਂ ਨੂੰ ਪੜਾਓ। ਯਾ ਕੋ ਤੂੰ ਪੜਾਏ ਗੁਣ ਦੀਜੈ ਨਿਜ ਹੇਤ ਸੋ। ਹਿਤ ਦੇ ਨਾਲ, ਪ੍ਰੇਮ ਦੇ ਨਾਲ ਪੜਾਉਣਾ। ਇਹ ਜਿਹੜਾ ਵਿਦਿਆ ਦਾ ਗੁਣ ਹੈ ਤੁਸੀਂ ਦਿਓ ਇਸ ਨੂੰ। ਦਿਓ ਮੈਂ ਉਪਾਇਨ ਗੁਨਾਇਨ ਸੋ ਹੋਏ ਜਬ। ਜਿਸ ਵਕਤ ਇਹ ਥੋੜਾ ਪੜਨ ਲੱਗ ਗਿਆ, ਤੁਹਾਡਾ ਜਿਹੜੀ ਭੇਟਾ ਬਣਦੀ ਮਾਣ ਤਾਣ ਹੈ ਮਾਇਆ ਕਰਕੇ ਮੈਂ ਕਰ ਦਿਆਂਗਾ। ਏਕ ਦੋ ਹਾਇਨ ਮੈਂ ਕੀਜੀਐ ਸੁਚੇਤ ਸੋ। ਪਹਿਲਾਂ ਤੁਸੀਂ 1-2 ਦਿਨ ਦੇ ਵਿੱਚ ਇਹਨੂੰ ਬਿਠਾਓ, ਇੱਥੇ ਇਹਦਾ ਜੀ ਲੱਗ ਜਾਵੇ ਪਾਠਸ਼ਾਲਾ ਦੇ ਵਿੱਚ। ਐਸੇ ਮੁਖ ਭਾਖ ਅਭਿਲਾਖ ਹੈ ਪੜਾਵਥੇ ਕੀ। ਇਹ ਕਹਿੰਦੇ ਹਨ ਪਿਤਾ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਆਪਣੇ ਪੁੱਤਰ ਨੂੰ ਪੜ੍ਹਾਉਣ ਦੀ ਇੱਛਾ। ਸੌਂਪ ਕਰ ਆਤਮਜ ਗਵਨ ਨਿਕੇਤ ਸੋ। ਇਸ ਤਰ੍ਹਾਂ ਪਿਤਾ ਜੀ ਆਪਣੇ ਆਤਮਜ ਪੁੱਤਰ ਨੂੰ ਪਾਠਸ਼ਾਲਾ ਦੇ ਵਿੱਚ ਸੌਂਪ ਕੇ ਗੋਪਾਲ ਪਾਂਧੇ ਨੂੰ ਵਾਪਸ ਚਲੇ ਜਾਂਦੇ ਹਨ। ਪਾਂਧੇ ਅਹਲਾਦ ਕੇ ਮਹੂਰਤ ਕੋ ਸਾਧ ਕੇ। ਗੋਪਾਲ ਪਾਂਧਾ ਜੀ ਨੇ ਆਪਣਾ ਮਹੂਰਤ ਸਾਧ ਕੇ ਵਿਚਾਰ ਕੇ ਸਰਸਵਤੀ ਆਰਾਧ ਕੇ ਜੋ ਸਭੈ ਮਤ ਦੇਤ ਸੋ। ਫਿਰ ਸਰਸਵਤੀ ਦਾ ਆਰਾਧਨ ਕਰਦਾ ਗੋਪਾਲ ਪਾਂਧਾ, ਕਿਉਂਕਿ ਸਨਾਤਨ ਮਤ ਦੇ ਵਿੱਚ ਸਰਸਵਤੀ ਮੰਨੀ ਵੀ ਜੋ ਵਿਦਿਆ ਦੀ ਦਾਤੀ ਹੈ ਉਹਦਾ ਆਰਾਧਨ ਕੀਤਾ ਜਾਂਦਾ ਹੈ, ਤੇ ਉਹ ਇਸ ਮਤ ਨੂੰ ਮੰਨਣ ਵਾਲਾ ਹੈ ਤੇ ਉਹ ਆਰਾਧਨ ਕਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਵੀ ਮਤ ਸਮਤ ਤੇਰੇ ਬਸ ਸੁਆਮੀ, ਹਮ ਜਾਣਤ ਤੂਜੈ ਤੈਨੀ। ਸਤਿਗੁਰੂ ਜੀ ਕਹਿੰਦੇ ਵੀ ਚਾਹੇ ਮਤ ਹੈ ਚਾਹੇ ਸਮਤ ਹੈ, ਇਹ ਵਾਹਿਗੁਰੂ ਜੀ ਤੇਰੇ ਬਸ ਵਿੱਚ ਹੈ। ਮਤ ਵੀ ਉਹ ਦਿੰਦਾ, ਸਮਤ ਵੀ ਉਹ ਦਿੰਦਾ। ਪਰ ਜਦੋਂ ਕੁਮਤ ਦੀ ਗੱਲ ਆਉਂਦੀ ਹੈ ਉੱਥੇ ਸਤਿਗੁਰੂ ਜੀ ਸਵਾਲ ਕਰਦੇ ਵੀ ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ। ਜੇ ਤਾਂ ਮਤ ਸਮਤ ਦੀ ਗੱਲ ਕਰਦੇ ਨੇ ਉਹ ਤਾਂ ਪ੍ਰਮਾਤਮਾ ਨੂੰ ਕਿਹਾ ਵੀ ਤੇਰੇ ਵਾਸ 'ਚ ਹੈ, ਪਰ ਜਦੋਂ ਕੁਮਤ ਦੀ ਗੱਲ ਕਰਦੇ ਨੇ ਫਿਰ ਉਹ ਸਾਨੂੰ ਪੁੱਛਦੇ ਨੇ ਵੀ ਤੁਸੀਂ ਕਿੱਥੋਂ ਲਈ ਹੈ ਇਹ ਕੁਮਤ, ਕਿੱਥੋਂ ਲਈ ਹੈ? ਮਨ ਰੇ ਕੌਣ ਕੁਮਤ ਤੈਂ ਲੀਨੀ, ਕਿੱਥੋਂ ਲੈ ਲਈ ਕੁਮਤ? ਇਹ ਭੈੜੀ ਮਤ ਕਿੱਥੋਂ ਲਈ? ਇਹਦਾ ਭਾਵ ਇਹ ਹੈ ਵੀ ਪ੍ਰਮਾਤਮਾ ਨੇ ਮਤ ਦਿੱਤੀ, ਸਮਤ ਦਿੱਤੀ, ਪਰ ਉਹਨੇ ਕੁਮਤ ਨਹੀਂ ਕਿਸੇ ਨੂੰ ਦਿੱਤੀ। ਜੇ ਹੁਣ ਆਪਾਂ ਇਹ ਕਹੀਏ ਵੀ ਕੁਮਤ ਵੀ ਪ੍ਰਮਾਤਮਾ ਦਿੰਦਾ, ਜੇ ਕੁਮਤ ਦਿੰਦਾ ਫਿਰ ਸਜ਼ਾ ਕਿਉਂ ਦਿੰਦਾ? ਵੀ ਸਜ਼ਾ ਨਹੀਂ ਨਾ ਦੇਣੀ ਚਾਹੀਦੀ ਫਿਰ ਔਗੁਣਾਂ ਦੀ। ਵੀ ਜੇ ਤੂੰ ਕੁਮਤ ਵੀ ਦਿੱਤੀ ਹੈ, ਤੂੰ ਕੁਮਤ ਦਿੱਤੀ ਤੇ ਮਾੜੇ ਕਰਮ ਕੀਤੇ, ਹੁਣ ਸਜ਼ਾ ਕਾਹਦੀ ਹੈ ਬਈ? ਸਜ਼ਾ ਤਾਂ ਹੋਣੀ ਨਹੀਂ ਚਾਹੀਦੀ। ਇਸ ਲਈ ਮਤ ਤੇ ਸਮਤ ਮਾਲਕ ਦੇ ਹੱਥ ਵਿੱਚ ਹੈ, ਇਹ ਕਿਸੇ ਦੇ ਹੱਥ ਵਿੱਚ ਨਹੀਂ ਹੈ। ਇਹ ਨਹੀਂ ਵੀ ਕਿਸੇ ਦੇਵੀ ਜਾਂ ਕਿਸੇ ਦੇਵਤੀ ਦੇ ਹੱਥ ਵਿੱਚ ਹੈ। ਇਹ ਮਤ ਮਤ ਸਮਤ ਪਰਮਾਤਮਾ ਨੇ ਆਪਣੇ ਵੱਸ 'ਚ ਰੱਖੀ ਹੋਈ ਹੈ। ਸਾਡੇ ਸਾਰਿਆਂ ਦੇ ਅੰਦਰ ਵਸਦਾ, ਸਾਨੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਨਹੀਂ ਤੇ ਫਿਰ ਜਿਹਨੂੰ ਇਹ ਵਿਚਾਰੇ ਨੂੰ ਪਤਾ ਨਹੀਂ ਵੀ ਸਰਸਵਤੀ ਕੀ ਹੁੰਦੀ ਹੈ, ਜਾਣਦੇ ਹੀ ਨਹੀਂ ਲੋਕ, ਫਿਰ ਉਹਨਾਂ ਨੂੰ ਮਤ ਕਿੱਥੋਂ ਆਉਂਦੀ ਹੈ ਬਈ? ਉਹ ਤਾਂ ਜਾਣਦੇ ਨਹੀਂ, ਕੋਈ ਵਿਦਿਆ ਦੀ ਦੇਵੀ ਨੂੰ ਨਹੀਂ ਮੰਨਦੇ। ਸੋ ਮਨੌਤ ਹੈ ਸਨਾਤਨ ਮਤ ਦੇ ਵਿੱਚ ਵੀ ਜੇ ਤਾਂ ਤੁਸੀਂ ਤਾਕਤ ਲੈਣੀ ਹੈ ਫਿਰ ਕਹਿੰਦੇ ਵੀ ਹਨੂੰਮਾਨ ਦਾ ਆਰਾਧਨ ਕਰੋ, ਜੇ ਤੁਹਾਨੂੰ ਮਾਇਆ ਚਾਹੀਦੀ ਹੈ ਫਿਰ ਲక్ష్ਮੀ ਦਾ ਆਰਾਧਨ ਕਰ ਲਓ,
ਮੌਤ ਤੋਂ ਡਰ ਲੱਗਦਾ ਹੈ, ਸ਼ਿਵ ਜੀ ਦਾ ਆਰਾਧਨ ਕਰ ਲਓ। ਤੇ ਮੱਤ ਲੈਣੀ ਹੈ ਤਾਂ ਫਿਰ ਸਰਸਵਤੀ ਦਾ ਆਰਾਧਨ ਕਰ ਲਓ। ਵੱਖਰੇ ਵੱਖਰੇ ਮਹਿਕਮੇ ਆ ਸਾਰਿਆਂ ਦੇ। ਸੋ ਗੋਪਾਲ ਪਾਂਧਾ ਜੀ ਪਹਿਲਾਂ ਆਰਾਧਨ ਕਰਦੇ ਨੇ ਸਰਸਵਤੀ ਦਾ। ਸੰਖਿਆ ਕੋ ਜੋ ਆਦ ਸੋ ਸਿਖਾਵਨ ਕੀ ਸੀਖ ਦੇ। ਜਿਹੜਾ ਪ੍ਰਮਾਤਮਾ ਅਸੰਖ ਹੈ ਉਹਦਾ ਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ। ਤੇ ਉਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਿੱਖਿਆ ਦੇਣ ਵਾਸਤੇ ਗੋਪਾਲ ਪਾਂਧਾ ਜੀ ਤਿਆਰੀ ਕਰਦੇ ਨੇ। ਸੰਖਿਆ ਤੇ ਅਸੰਖਤਾ ਕੋ ਸੰਖਿਆ ਕੋ ਸਿਖਾਵਈ। ਜਿਹੜਾ ਗਿਣਨ ਵਿੱਚ ਨਹੀਂ ਆਉਂਦਾ ਉਸ ਨੂੰ ਗਿਣਤੀ ਸਿਖਾਉਣ ਲੱਗੇ ਨੇ। ਜਨਕ ਬਿਸਾਏ ਗਇਓ ਤਾਤੇ ਤੇ ਮਾਨ ਕਹਿਓ। ਕਹਿਣ ਲੱਗੇ ਵੀ ਤੇਰੇ ਪਿਤਾ ਜੀ ਨੇ ਗੱਲ ਕਹੀ ਹੈ, ਇਸ ਕਰਕੇ ਮੈਂ ਬੜੇ ਮਾਣ ਦੇ ਨਾਲ ਕਹਿੰਦਾ ਇਹ ਕਿ ਮੈਨੂੰ ਵਿਸ਼ੇਸ਼ ਤੌਰ ਤੇ ਉਹਨਾਂ ਨੇ ਸਮਝਾਇਆ ਤੈਨੂੰ ਪੜ੍ਹਾਉਣ ਦੇ ਲਈ। ਪੜ੍ਹੈ ਆਨ ਬਾਕ ਜੈਸੇ ਪਾਂਧਾ ਸੋ ਪੜ੍ਹਾਵਈ। ਜਿਵੇਂ ਬਾਕੀਆਂ ਨੂੰ ਮੈਂ ਪੜ੍ਹਾਉਣਾ ਉਸ ਤਰ੍ਹਾਂ ਤੁਸੀਂ ਵੀ ਪੜ੍ਹਨਾ ਕਰੋ। ਕਿ ਪਹਿਲੇ ਟੀਚਰ ਦੇ ਪਿੱਛੇ ਪਿੱਛੇ ਬੋਲਣਾ ਪੈਂਦਾ। ਸਾਰੇ ਬੱਚੇ ਪਿੱਛੇ ਪਿੱਛੇ ਬੋਲਦੇ ਆ, ਫਿਰ ਹੌਲੇ ਹੌਲੇ ਉਹਨਾਂ ਨੂੰ ਅੱਖਰਾਂ ਦੀ ਪਛਾਣ ਹੋ ਜਾਂਦੀ ਹੈ। ਪਹਿਲੇ ਪਿੱਛੇ ਬੋਲਣਾ। ਕਹਿੰਦੇ ਠੀਕ ਹੈ ਵੀ ਜਿਵੇਂ ਮੈਂ ਪੜ੍ਹਦਾ ਨਾ ਅੱਗੇ ਅੱਗੇ ਬੋਲਦਾ ਉਸ ਤਰ੍ਹਾਂ ਤੁਸੀਂ ਪੜ੍ਹੋ। ਜਦੋਂ ਤੁਸੀਂ ਪਾਠ ਪੱਕ ਜਾਵੇਗਾ। ਜਾਨ ਮਤਵਾਨ ਅਪਰਮਾਨ ਹਰ ਖਾਨ ਮਨ। ਹੁਣ ਜਦੋਂ ਅੱਗੇ ਅੱਗੇ ਬੋਲਦੇ ਤਾਂ ਸਤਿਗੁਰੂ ਜੀ ਪਿੱਛੇ ਪਿੱਛੇ ਬੜੀ ਛੇਤੀ ਦੇ ਨਾਲ ਬੋਲਦੇ, ਬੜਾ ਖੁਸ਼ ਹੁੰਦਾ ਹੈ। ਕਹਿੰਦਾ ਵੀ ਮਨ ਮੇਰਾ ਖੁਸ਼ ਕਰਤਾ ਇਹਨੇ, ਅਨੁਮਾਨ ਲਾਂਦਾ ਹੈ। ਕੀਨੋ ਅਨੁਮਾਨ ਇਹ ਦੇਰ ਨਾ ਲਗਾਵਈ। ਅੰਦਾਜ਼ਾ ਲਾਇਆ ਪਾਂਧਾ ਜੀ ਨੇ ਵੀ ਇਹ ਪੜ੍ਹਨ ਦੇ ਵਿੱਚ ਦੇਰੀ ਨਹੀਂ ਕਰੂਗਾ। ਬੜੇ ਸੋਹਣੇ ਅੱਖਰ ਬੋਲਦਾ ਹੈ, ਸਪਸ਼ਟ ਬੋਲਦਾ ਹੈ, ਛੇਤੀ ਬੋਲਦਾ ਹੈ, ਜਿਵੇਂ ਪਹਿਲਾਂ ਹੀ ਪਕਾਏ ਹੁੰਦੇ ਨੇ। ਖੁਸ਼ ਹੋ ਗਿਆ ਵੀ ਛੇਤੀ ਪੜ੍ਹੇਗਾ ਤੇ ਛੇਤੀ ਆਪਾਂ ਨੂੰ ਪਟਵਾਰੀ ਜੀ ਦੇ ਕੋਲੋਂ ਮਾਣ ਤਾਣ ਮਿਲੂਗਾ, ਪੈਸੇ ਮਿਲਣਗੇ। ਸੋ ਇਸ ਤਰ੍ਹਾਂ ਖੁਸ਼ ਹਨ। ਪੜ੍ਹੈ ਤਾਤ ਕਾਲ ਧਨ ਪਾਏ ਹੋ ਵਿਸਾਲ। ਛੇਤੀ ਪੜ੍ਹੇਗਾ ਤੇ ਮੈਨੂੰ ਪੈਸੇ ਵੀ ਜ਼ਿਆਦਾ ਮਿਲ ਜਾਣਗੇ ਛੇਤੀ। ਬਾਲ ਭਲੋ ਮਤ ਸਾਲ ਤੁਲ ਯਾ ਕੀ ਕੋ ਨਾ ਪਾਵਈ। ਇਹ ਬੱਚਾ ਹੈ ਕਿ ਮੱਤ ਦਾ ਘਰ ਹੈ ਇਹ, ਇਹਦੀ ਸਮਾਨ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਬੱਚਾ। ਇੱਕ ਦਿਨ ਸਾਰੋ ਪੜਿਓ ਪਾਂਧੇ ਜੋ ਉਚਾਰੇ ਬੈਨ। ਇੱਕ ਦਿਨ ਸਤਿਗੁਰਾਂ ਜੀ ਨੇ ਸਾਰਾ ਉਸੇ ਤਰ੍ਹਾਂ ਹੀ ਪੜ੍ਹਿਆ ਜਿਵੇਂ ਅੱਗੇ ਅੱਗੇ ਗੋਪਾਲ ਪਾਂਧਾ ਜੀ ਪੜ੍ਹਦੇ। ਸਾਂਝ ਭਈ ਐਨ ਆਏ ਅਜਰ ਸੁਹਾਇਓ ਹੈ। ਸ਼ਾਮਾਂ ਪੈ ਗਈਆਂ ਤੇ ਫਿਰ ਆਪਣੇ ਅਜਰ ਵਿਹੜੇ ਦੇ ਵਿੱਚ ਆ ਜਾਂਦੇ ਨੇ। ਹੁਣ ਦੇਖੋ ਸਪੈਲਿੰਗ ਜਿਹੜੇ ਨੇ ਅੱਖਰ ਉਹੀ ਨੇ, ਐੜਾ ਜੱਜਾ ਰਾਰਾ। ਇਹ ਅਜਰ ਵੀ ਹੁੰਦਾ ਤੇ ਇਹ ਅਜ਼ਰ ਵੀ ਹੈ। ਅਜਰ ਨਾਮ ਹੈ ਵਿਹੜੇ ਦਾ ਤੇ ਅਜਾਰ ਨਾਮ ਹੈ ਜਿਹਨੂੰ ਜਰਿਆ ਨਾ ਜਾ ਸਕੇ। ਅਰਥ ਬਦਲ ਗਿਆ ਨਾ। ਅਜਾਰ ਜਰ ਨਾਮ ਹੈ ਵਡੇਪੇ ਦਾ, ਜਿਹਨੂੰ ਵਡੇਪਾ ਨਾ ਆਵੇ। ਸਿਰਫ ਆਪਾਂ ਨੇ ਥੋੜਾ ਜਿਹਾ ਐੜੇ ਨੂੰ ਵੱਖਰਾ ਕਰਕੇ ਬੋਲਣਾ ਹੈ, ਇਹਦੇ 'ਚ ਫਰਕ ਪੈ ਜਾਂਦਾ, ਸ਼ਬਦ ਦਾ ਅਰਥ ਬਦਲ ਜਾਂਦਾ। ਅਜਰ ਨਾਮ ਹੈ ਵਿਹੜੇ ਦਾ। ਵਿਹੜੇ ਦੇ ਵਿੱਚ ਆ ਕੇ ਸਤਿਗੁਰੂ ਜੀ ਘਰੇ ਬੈਠੇ ਸੋਹਣੇ ਲੱਗਦੇ ਹਨ। ਹੇਰ ਹਰ ਖਾਏ ਮਾਏ ਅੰਕ ਮੈਂ ਬਸਾਏ ਲਏ। ਮਾਤਾ ਬਹੁਤ ਖੁਸ਼ ਹੈ ਤੇ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰ ਗੋਦ ਦੇ ਵਿੱਚ ਲੈਂਦੇ ਹਨ। ਬੂਝਿਓ ਪੜਿਓ ਕੈਸੇ ਪੈੜਾ ਆਨਨ ਅਲਾਇਓ ਹੈ। ਜਦੋਂ ਪੁੱਛਿਆ ਭਾਈ ਪੁੱਤਰ ਕੀ ਪੜ੍ਹ ਕੇ ਆਇਆ ਤਾਂ ਸਤਿਗੁਰਾਂ ਜੀ ਨੇ ਪਹਾੜਾ ਪੜ੍ਹ ਕੇ ਸੁਣਾਇਆ। ਖਾਏ ਅਨ ਰੈਨ ਪੁਨ ਕੀਨੀ ਸੁਖ ਸੈਨ ਤਬ। ਰਾਤ ਨੂੰ ਪ੍ਰਸ਼ਾਦਾ ਛਕਿਆ ਤੇ ਆਰਾਮ ਦੇ ਨਾਲ ਸੌਂ ਜਾਂਦੇ ਹਨ। ਜਾਕੋ ਕਬ ਪੈਨਾ ਹਿਰੇ ਚੈਨ ਮਨ ਪਾਇਓ ਹੈ। ਜੇ ਗੁਰੂ ਨੂੰ ਕਿਸੇ ਦਾ ਡਰ ਨਹੀਂ ਹੈ, ਹੀਰੇ ਚੈਨ ਮਨ ਭਾਇਓ ਹੈ। ਜਿਨ੍ਹਾਂ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਦੇ ਲਈ
ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਭਈ ਜਬ ਭੋਰ ਕਾਲੂ ਲੈ ਕੇ ਪਾਧੇ ਔਰ ਗਇਓ। ਦੂਸਰਾ ਦਿਨ ਹੋਇਆ ਤੇ ਪਿਤਾ ਜੀ ਫੇਰ ਆਪਣੇ ਪੁੱਤਰ ਨੂੰ ਲੈ ਕੇ ਪਾਂਧਾ ਜੀ ਦੇ ਕੋਲ ਜਾਂਦੇ ਨੇ। ਸੁਨੀ ਨੁਤ ਗੌਰ ਤਾਤ ਹਿਰਦੈ ਹਰ ਖਾਇਓ ਹੈ। ਪਾਲ ਪਾਂਧੇ ਨੇ ਉਸਤਤ ਕੀਤੀ, ਜਿਹਨੂੰ ਸੁਣ ਕੇ ਪਿਤਾ ਜੀ ਬਹੁਤ ਖੁਸ਼ ਹੁੰਦੇ ਹਨ। ਪਾਂਧੇ ਨੇ ਹਕਾਰ ਲੀਨ ਬਾਲਨ ਤੇ ਜੁਦਾ ਕੀਨ। ਫਿਰ ਜਦੋਂ ਪਿਤਾ ਜੀ ਚਲੇ ਗਏ ਤਾਂ ਗੋਪਾਲ ਪਾਂਧੇ ਨੇ ਸਤਿਗੁਰਾਂ ਜੀ ਨੂੰ ਬੁਲਾ ਲਿਆ ਤੇ ਬਾਕੀ ਬੱਚਿਆਂ ਤੋਂ ਵੱਖਰਾ ਕਰ ਲੈਂਦੇ ਹਨ। ਲੇਖੇ ਹੋ ਕੀ ਸੀਖ ਦੇਨ ਨਾਨਕ ਸੁਜਾਨ ਕੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹ ਹਿਸਾਬ ਪੜਨ ਵਾਸਤੇ ਸਿਖਾਉਣ ਲੱਗੇ ਨੇ। ਤੂ ਸ਼ਨੀਕ ਭਏ ਪਾਂਧਾ ਬਾਰ ਬਾਰ ਕਹੇ ਬਚ। ਤੇ ਹੁਣ ਅੱਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੂਸ਼ਨੀ ਭਏ, ਤੂਸ਼ਨੀ ਨਾਮ ਹੈ ਚੁੱਪ ਕਰ ਜਾਣ ਦਾ, ਚੁੱਪ ਕਰ ਜਾਂਦੇ ਨੇ। ਤੇ ਜਦੋਂ ਨਹੀਂ ਬੋਲਦੇ ਤਾਂ ਗੋਪਾਲ ਪਾਂਧਾ ਬਾਰ ਬਾਰ ਕਹਿੰਦਾ, ਕੈਸੇ ਤੂੰ ਨਾ ਬੋਲੇ ਅੱਜ ਸੁਨੈ ਦਿਨ ਕਾਨ ਕੋ। ਕਹਿੰਦੇ ਵੀ ਅੱਜ ਕੀ ਹੋ ਗਿਆ ਤੈਨੂੰ? ਕੱਲ ਤੇ ਬੜਾ ਵਧੀਆ ਪੜ੍ਹ ਰਿਹਾ ਸੀ, ਜਿਵੇਂ ਪੜ੍ਹੇ ਹੁੰਨਾ ਤੇ ਜਿਵੇਂ ਮੇਰੇ ਅੱਗੇ ਅੱਗੇ ਬੋਲਦਾ ਸੀ, ਅੱਜ ਕੀ ਹੋ ਗਿਆ? ਅੱਜ ਕਿਉਂ ਚੁੱਪ ਐ? ਭਲੀ ਵਿਧ ਕਾਲ ਪੈੜੇ ਪੜਿਓ ਤੂੰ ਬੇਸਾਲ ਸਭ। ਕੱਲ ਦੀ ਗੱਲ ਯਾਦ ਰੱਖ ਵੀ ਕੱਲ ਤਾਂ ਸਾਰੇ ਪਹਾੜੇ ਸੁਣਾ ਗਿਆ ਤੇ ਅੱਜ ਕਿਉਂ ਨਹੀਂ ਕੁਝ ਪੜ੍ਹ ਕੇ ਸੁਣਾਉਂਦਾ? ਤੈਸੇ ਅਬ ਪੜੋ ਹੇਰੋ ਔਰ ਲਰਕਾਨ ਕੋ। ਦੂਸਰੇ ਬੱਚਿਆਂ ਨੂੰ ਵੇਖਣਾ ਕਰੋ, ਜਿਵੇਂ ਉਹ ਅੱਗੇ ਪੜ੍ਹਦੇ ਨੇ ਤੇ ਉਹਨਾਂ ਨੂੰ ਵੇਖ ਕੇ ਤੁਸੀਂ ਵੀ ਅੱਗੇ ਪੜ੍ਹੋ। ਹੋਵੇ ਵੱਡੋ ਜਬ ਪੜਿਓ ਕਾਜ ਆਵੇ ਤਬ। ਕਹਿੰਦੇ ਵੀ ਇਹ ਪੜ੍ਹਾਈ ਜਿਹੜੀ ਹੈ ਨਾ, ਇਹ ਬਚਪਨ ਦੇ ਵਿੱਚ ਇਹਦਾ ਗੁਣ ਨਹੀਂ ਬੰਦੇ ਨੂੰ ਪਤਾ ਚੱਲਦਾ। ਇਹ ਵੱਡੇ ਜਦੋਂ ਹੋ ਜਾਂਦੇ ਆ ਨਾ, ਫਿਰ ਇਸੇ ਪੜ੍ਹਾਈ ਨੇ ਕੰਮ ਆਉਣਾ ਹੁੰਦਾ ਹੈ। ਅਬ ਖੇਲਨ ਮੈਂ ਜੀਓ ਤੇਰੋ ਖਾਏ ਛੂਛ ਕਾਨ ਕੋ। ਕਹਿੰਦਾ ਵੀ ਇਹ ਉਮਰ ਦੇ ਵਿੱਚ ਨਾ ਖੇਡ ਪਿਆਰੀ ਹੁੰਦੀ, ਵੀ ਬੱਚਿਆਂ ਦੇ ਨਾਲ ਖੇਡਣਾ ਕੁੱਦਣਾ, ਛਾਲਾਂ ਮਾਰਨੀਆਂ, ਗੱਲਾਂ ਮਾਰਨੀਆਂ, ਇਹ ਇਹੋ ਜਿਹਾ ਸਮਾਂ ਹੁੰਦਾ। ਮੇਰੇ ਕੋਲ ਤੇਰੇ ਵਰਗੇ ਪੈਰਾਂ ਵੀ ਆਉਂਦੇ ਨੇ, ਆ ਜਿਹੜੇ ਨਹੀਂ ਪੜ੍ਹਦੇ ਨਾ, ਫਿਰ ਆ ਛੂਛ ਖਾਨ ਕੋ ਮੈਂ ਡੰਡਾ ਵੀ ਰੱਖਿਆ ਹੋਇਆ ਆਪਣੇ ਕੋਲ, ਉਹਨਾਂ ਦੇ ਵੇਰੇ ਵੀ ਪੈਂਦੇ ਹਨ। ਮਰ ਹਰੀ ਛੰਦ ਸੁਨ ਸ਼੍ਰੋਨਨ ਬਹਿਨਾ ਅਨੁਕੰਪੈਨਾ। ਜਿਸ ਵਕਤ ਸਤਿਗੁਰਾਂ ਜੀ ਨੇ ਗੋਪਾਲ ਪਾਂਧੇ ਦੀ ਇਹ ਗੱਲ ਸੁਣੀ ਵੀ ਪੜ੍ਹ, ਨਹੀਂ ਤਾਂ ਫਿਰ ਡੰਡਾ ਪਿਆ ਮੇਰੇ ਕੋਲ, ਮੈਂ ਇਹਦੇ ਨਾਲ ਪੜ੍ਹਨ ਲਾ ਦਿੰਦਾ ਚੰਗੇ ਚੰਗਿਆਂ ਨੂੰ। ਪਾਤਸ਼ਾਹ ਜੀ ਨੂੰ ਤਰਸ ਆ ਗਿਆ ਗੋਪਾਲ ਪਾਂਧੇ ਤੇ ਉਸ ਨੂੰ ਲੱਗੇ ਕਹਿਣ, ਬਾਣੀ ਭਨੀ ਰਸਾਲ। ਐਸੀ ਰਸਦਾਇਕ ਬਾਣੀ ਸਤਿਗੁਰਾਂ ਜੀ ਨੇ ਕਹੀ, ਕਿਆ ਆਪ ਪੜ੍ਹੇ ਤੁਮ ਕਰੇ ਹੋ ਨਿਜ ਸਮ। ਸਤਿਗੁਰੂ ਜੀ ਕਹਿੰਦੇ, ਪਾਂਧਾ ਜੀ ਇੱਕ ਗੱਲ ਦੱਸੋ ਵੀ ਤੁਸੀਂ ਕੀ ਪੜ੍ਹੇ ਹੋ, ਜਿਹਦੇ ਕਰਕੇ ਮੈਨੂੰ ਆਪਣੇ ਵਰਗਾ ਬਣਾਉਣਾ ਚਾਹੁੰਦੇ ਹੋ? ਕੈ ਲਾਹਾ ਲੈ ਸਾਲ। ਬਈ ਤੁਸੀਂ ਕਿਹੜਾ ਲਾਹਾ ਲੈ ਲਿਆ ਇਸ ਪੜ੍ਹਾਈ ਦਾ? ਸੇ ਮੁਖੀ ਵਿਸ਼ੇਖਾ ਕੋ ਪਲ ਲੇਖਾ। ਕਹਿੰਦਾ ਜੀ ਮੈਂ ਜਾਣਦਾ ਵਿਸ਼ੇਸ਼ ਤੌਰ ਤੇ ਸਾਰਾ ਹੀ ਹਿਸਾਬ ਕਿਤਾਬ। ਪਾਂਧਾ ਮੋਹਿ ਬਤਾਏ। ਪਾਤਸ਼ਾਹ ਜੀ ਕਹਿੰਦੇ ਅਸੀਂ ਪੁੱਛਦੇ ਆਂ, ਫਿਰ ਦੱਸ ਦੇ ਭਾਈ। ਯੋ ਉੱਤਰ ਦੀਜੈ ਮਨ ਸਮਝੀਜੈ। ਪੜ੍ਹ ਜੋ ਪੂਰਾ ਹੀ, ਪੂਰਾ ਪੜ੍ਹ ਦੋ। ਯੋ ਉੱਤਰ ਦੀਜੈ ਮਨ ਸਮਝੀਜੈ ਪੀਛੈ ਮੁਝੈ ਪੜ੍ਹਾਏ। ਕਹਿੰਦੇ ਪਹਿਲਾਂ ਮੈਨੂੰ ਤੁਸੀਂ ਆਪ ਦੱਸ ਦਿਓ ਵੀ ਇਹ ਜਿਹੜੀ ਪੜ੍ਹਾਈ ਹੈ ਤੁਸੀਂ ਪੜ੍ਹੇ ਕਿਉਂ, ਤੁਹਾਡੇ ਕੰਮ ਕੀ ਆਉਂਦੀ ਹੈ, ਤੇ ਫਿਰ ਮੈਨੂੰ ਦੱਸ ਕੇ ਫਿਰ ਪੜ੍ਹਾਇਓ। ਹੋਏ ਪਾਂਧਾ ਬਿਸਮੈ ਅਦਭੁਤ ਰਸਮੈ ਆਨਨ ਬਚਨ ਅਲਾਏ। ਗੋਪਾਲ ਪਾਂਧਾ ਜੀ ਸੁਣ ਕੇ ਕਿਸੇ ਹੋਰ ਹੀ ਰਸ ਦੇ ਵਿੱਚ ਗੁਆਚ ਜਾਂਦੇ ਵੀ ਅੱਜ ਤੱਕ ਤਾਂ ਕਿਸੇ ਨੇ ਸਵਾਲ ਕਰਿਆ ਹੀ ਨਹੀਂ ਹੈ ਵੀ ਕੀ ਪੜ੍ਹਿਆ ਤੁਸੀਂ, ਜਿਹਦੇ ਕਰਕੇ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ। ਕੋਈ ਕਰਿਆ ਨਹੀਂ ਨਾ, ਬੱਚਾ ਕੋਈ ਸਵਾਲ ਥੋੜ੍ਹੀ ਕਰਦਾ ਹੈ। ਸੰਸਾਰਕ ਵਿਦਿਆ ਦੇ ਵਿੱਚ ਕੋਈ ਨਹੀਂ ਪੁੱਛਦਾ, ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ।
ਪਰ ਸਤਿਗੁਰੂ ਜੀ ਅਧਿਆਤਮਿਕ ਦੀ ਗੱਲ ਕਰਦੇ ਨੇ ਵੀ ਉੱਥੇ ਤੁਹਾਡੀ ਵਿੱਦਿਆ ਕੰਮ ਕਰਦੀ ਕਿ ਨਹੀਂ ਕਰਦੀ? ਉੱਥੇ ਨਹੀਂ ਕਰਦੀ। ਹੈਰਾਨ ਹੋ ਕੇ ਗੋਪਾਲ ਪਾਂਧਾ ਕਹਿਣ ਲੱਗਿਆ, ਸਭ ਜਾਨੋ ਗਿਣਤੀ ਅਵਨੀ ਮਨਤੀ, ਡੋਢੈ ਗਨਨ ਸਵਾਏ। ਕਹਿੰਦੇ ਵੀ ਮੈਂ ਸਾਰੇ ਤਰ੍ਹਾਂ ਦੀ ਗਿਣਤੀ ਜਾਣਦਾ, ਸਾਰੇ ਤਰ੍ਹਾਂ ਦੀ ਧਰਤੀ ਨੂੰ ਮਿਣਤੀ ਕਰਨੀ ਵੀ ਜਾਣਦਾ, ਫਿਰ ਜੋਡੀ ਦਾ ਸਵਾਏ ਦਾ ਪਹਾੜਾ ਵੀ ਆਉਂਦਾ ਮੈਨੂੰ। ਧੌਂਚੇ ਪੁਨ ਉਠੈ ਜੋਰਨ ਕੋਠੇ, ਗ੍ਰਾਮਕਾਰ ਪਟਵਾਰ। ਉਸ ਤੋਂ ਬਾਅਦ ਫਿਰ 4.5 ਦਾ ਪਹਾੜਾ, 3.5 ਦਾ ਪਹਾੜਾ, ਤੇ ਆਹ ਜਿਹੜੀ ਤੁਹਾਡੀ ਪਟਵਾਰੀ ਦੀ ਕਾਰ ਹੈ ਤੁਹਾਡੇ ਪਿਤਾ ਜੀ ਦੇ ਕੋਲ, ਆਹ ਹਿਸਾਬ ਵੀ ਮੈਨੂੰ ਸਾਰਾ ਆਉਂਦਾ ਹੈ। ਜਿਸ ਕੇ ਅਨੁਸਾਰੀ ਰੋਜੀ ਥਾਰੀ, ਪੜ੍ਹੋ ਨ ਕਿਉ ਹਿਤ ਧਾਰ। ਕਹਿੰਦਾ ਜੇ ਪੜ ਗਿਆ ਤੇ ਪਟਵਾਰੀ ਲੱਗ ਜਾਏਗਾ ਆਪਣੇ ਪਿਓ ਦੀ ਤਰ੍ਹਾਂ। ਤੇਰੇ ਭਲੇ ਦੀ ਗੱਲ ਕਰਦਾ ਮੈਂ, ਰੋਜੀ ਰੋਟੀ ਦਾ ਸਾਧਨ ਹੈ ਤੁਹਾਡਾ ਇਹ। ਤੂੰ ਹਿਤ ਕਰਕੇ ਕਿਉਂ ਨਹੀਂ ਪੜਦਾ? ਤੇਰੇ ਕੰਮ ਆਉਣ ਵਾਲੀ ਚੀਜ਼ ਹੈ ਇਹ। ਇਨ ਬਿਧ ਜੀ ਬਾਧਾ ਸੁਨ ਸ਼ਰਤ ਪਾਧਾ, ਫਾਹੇ ਪਰਨ ਅਪਾਰ। ਸਤਿਗੁਰੂ ਜੀ ਕਹਿੰਦੇ ਵੀ ਇਹ ਵਿਦਿਆ ਜਿਹੜੀ ਹੈ ਜਿਹਦੀ ਤੁਸੀਂ ਗੱਲ ਕਰਦੇ ਹੋ, ਕਹਿੰਦੇ ਠੀਕ ਹੈ, ਇਸੇ ਦੇ ਵਿੱਚ ਸਾਡਾ ਜੀ ਜਿਹੜਾ ਬੰਨਿਆ ਹੋਇਆ ਤੇ ਅਸੀਂ ਫਸੇ ਹੋਏ ਹਾਂ, ਤੇ ਸਾਨੂੰ ਉਹ ਫਾਹੀਆਂ ਪੈਂਦੀਆਂ ਜਿਨ੍ਹਾਂ ਦਾ ਹਿਸਾਬ ਹੀ ਕੋਈ ਨਹੀਂ ਹੈ। ਕਹਿ ਕਾਜ ਨ ਆਵਹਿ ਜਬ ਦੁਖ ਪਾਵਹਿ, ਹੋਤ ਨਹੀਂ ਛੁਟਕਾਰ। ਜਦੋਂ ਅਸੀਂ ਦੁੱਖ ਦੇ ਵਿੱਚ, ਵਿਪਤਾ ਦੇ ਵਿੱਚ ਫਸ ਜਾਂਦੇ ਹਾਂ ਤੇ ਉਦੋਂ ਇਹ ਵਿਦਿਆ ਸਾਡੇ ਕੰਮ ਨਹੀਂ ਆਉਂਦੀ ਤੇ ਸਾਡਾ ਛੁਟਕਾਰਾ ਨਹੀਂ ਹੁੰਦਾ। ਜਦੋਂ ਬੰਧਨ ਦੇ ਵਿੱਚ ਜੀ ਪੈ ਗਿਆ ਨਾ, ਉੱਥੇ ਕੋਈ ਵਿਦਿਆ ਕੰਮ ਨਹੀਂ ਹੁੰਦੀ, ਕੁਝ ਵੀ ਹੋਏ ਆਉਂਦੇ ਨਹੀਂ ਕੰਮ, ਤੇ ਬੰਦਾ ਫਸ ਜਾਂਦਾ ਹੈ। ਤੇ ਸਤਿਗੁਰੂ ਜੀ ਸਵਾਲ ਕਰਦੇ, ਪਾਂਧਾ ਜੀ ਦੱਸੋ ਵੀ ਫਾਹੀਆਂ ਜਿਹੜੀਆਂ ਪਈਆਂ ਹੋਈਆਂ ਬੰਦੇ ਨੂੰ, ਉਹਨਾਂ ਵਿੱਚੋਂ ਕੱਢਣ ਦੇ ਵਿਦਿਆ ਕੰਮ ਆਉਂਦੀ ਹੈ ਕੋਈ ਨਿਕਲ ਗਿਆ ਕੋਈ ਪੜ੍ਹ ਕੇ ਇਸ ਵਿਦਿਆ ਨੂੰ? ਨਹੀਂ, ਫਾਹੀਆਂ ਤਾਂ ਸਭ ਨੂੰ ਪਈਆਂ ਹੋਈਆਂ, ਨਿਕਲਿਆ ਤਾਂ ਕੋਈ ਵੀ ਨਹੀਂ ਹੈ। ਤੇ ਅਸੀਂ ਕਹਿੰਦੇ ਹਾਂ ਵੀ ਫਾਹੀਆਂ ਖਤਮ ਹੋ ਜਾਣ, ਇਹੋ ਜਿਹੀ ਵਿਦਿਆ ਚਾਹੀਦੀ ਸਾਨੂੰ। ਇਹੋ ਜਿਹੀ ਵਿਦਿਆ ਦਾ ਕੋਈ ਲਾਭ ਨਹੀਂ ਹੈ ਜੇ ਬੰਧਨਾਂ ਤੋਂ ਮੁਕਤੀ ਨਾ ਹੋਏ। ਸਭ ਬੈਸ ਬਿਹਾਵਹਿ ਪੁਨ ਪਛਤਾਵਹਿ, ਜਬ ਜਾਵਹਿ ਜਮ ਦੁਆਰ। ਜਿਸ ਵਕਤ ਜੀਵ ਆਪਣੀ ਸਾਰੀ ਉਮਰ ਗਵਾ ਕੇ ਚੱਲਿਆ ਜਾਂਦਾ ਨਾ, ਇੱਥੋਂ ਉਹ ਪਛਤਾਉਂਦਾ ਹੋਇਆ ਚੱਲਿਆ ਜਾਂਦਾ ਹੈ। ਕਦੋਂ? ਜਦੋਂ ਜਮਾਂ ਦੇ ਦਰ ਤੇ ਪਹੁੰਚ ਜਾਂਦਾ, ਜਦੋਂ ਮੌਤ ਸਿਰ ਤੇ ਆ ਕੇ ਖੜ ਜਾਂਦੀ ਹੈ, ਉਦੋਂ ਇਹ ਵਿਦਿਆ ਕੰਮ ਆਉਂਦੀ ਕੋਈ? ਦੱਸੋ ਜੇ ਕਿਸੇ ਦੇ ਆਈ ਹੋਵੇ। ਵੀ ਪੰਡਤ ਨੇ, ਵਿਦਵਾਨ ਨੇ, ਜਿਹੜੇ ਬੰਦੇ ਬਹੁਤ ਪੜ੍ਹੇ ਲਿਖੇ, ਵਿਦਿਆ ਤਾਂ ਨਹੀਂ ਕਿਸੇ ਦੀ ਕਿਤੇ ਵੀ ਕੰਮ ਆਉਂਦੀ, ਵੀ ਉੱਥੇ ਵਿਦਿਆ ਕੰਮ ਨਹੀਂ ਆ ਰਹੀ। ਸੋ ਜਦੋਂ ਫਾਹੀਆਂ ਪੈਂਦੀਆਂ, ਜਦੋਂ ਜਮ ਸਿਰ ਤੇ ਆ ਕੇ ਖੜ ਜਾਂਦੇ ਆ, ਕਹਿੰਦੇ ਵੀ ਚੱਲ, ਉਦੋਂ ਤਾਂ ਵਿਦਿਆ ਕੰਮ ਨਹੀਂ ਆਉਂਦੀ। ਇਹ ਲੇਖਾ ਗਾਹੈ ਛੁਟਿਓ ਜੇ ਚਾਹੈ, ਜੋ ਮੈਂ ਕਰੋ ਉਚਾਰ। ਕਹਿੰਦੇ ਵੀ ਆਹ ਹਿਸਾਬ ਕਿਤਾਬ ਹੈ, ਜੇ ਤੂੰ ਛੁਟਕਾਰਾ ਚਾਹੁੰਦਾ ਤਾਂ ਅਸੀਂ ਤੈਨੂੰ ਦੱਸ ਦਿੰਦੇ ਆ, ਨੁਕਤਾ ਦੱਸਦੇ ਨੇ ਤੈਨੂੰ, ਛੁਟਕਾਰਾ ਹੋ ਜਾਊਗਾ। ਦੋਵੇਂ ਕੰਮ ਸਮਝ ਜਾਣਗੇ, ਲੋਕ ਵੀ ਸਮਝ ਜਾਏਗਾ ਤੇ ਪਰਲੋਕ ਵੀ ਸਮਝੇਗਾ। ਇਹ ਜਿਹੜੀ ਦੁਨਿਆਵੀ ਵਿਦਿਆ ਤੁਸੀਂ ਮੈਨੂੰ ਪੜ੍ਹਾ ਰਹੇ ਹੋ ਜਾਂ ਪੜ੍ਹੇ ਹੋਏ ਹੋ, ਇਹ ਇੱਕ ਸਾਡੇ ਇਨਕਮ ਦਾ ਸਾਰਸ ਹੈ, ਸੋਰਸ ਹੈ, ਸਾਧਨ ਹੈ ਇੱਕ ਕਮਾਈ ਦਾ। ਇਸੇ ਲੋਕ ਦਾ ਨਾ ਪਰਲੋਕ ਨਾਲ ਤਾਂ ਕੋਈ ਸੰਬੰਧ ਨਹੀਂ ਹੈ। ਪਰ ਸਤਿਗੁਰੂ ਜੀ ਕਹਿੰਦੇ ਵੀ ਅਸੀਂ ਉਹ ਵਿਦਿਆ ਭਾਲਦੇ ਫਿਰਦੇ ਹਾਂ ਵੀ ਜਿਹੜੀ ਵਿਦਿਆ ਦੇ ਨਾਲ ਲੋਕ ਵੀ ਸਮਝ ਗਏ ਤੇ ਨਾਲੇ ਸਾਡਾ ਪਰਲੋਕ ਵੀ ਸਮਝ ਜੇ, ਦੋਵੇਂ ਲੋਕ ਸਮਝ ਜਾਣ। ਹੁਣ ਕਿੰਨੀ ਪੜ੍ਹਾਈ ਕੀਤੀ ਹੋਈ ਹੈ, ਹਿਸਾਬ ਹੀ ਨਹੀਂ ਹੈ। ਕਿੰਨੇ ਵੱਡੇ ਵੱਡੇ ਵਿਦਵਾਨ ਬੈਠੇ ਆ, ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਪੜ੍ਹੀ ਜਾ ਰਹੇ ਨੇ, ਹਾਲੇ ਵੀ ਉਹ ਕੋਈ ਰੁਕੇ ਨਹੀਂ ਹਨ। ਪਰ ਸਤਿਗੁਰੂ ਜੀ ਕਹਿੰਦੇ ਵੀ ਹਿਸਾਬ ਕਿਤਾਬ ਕੋਈ ਨਹੀਂ ਹੈ। ਜਦੋਂ ਤੱਕ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਮਨ ਦਾ ਟਿਕਾ ਨਹੀਂ ਬਣਦਾ, ਕੀ ਕਰਾਂਗੇ? ਪੜਿਆ ਮੂਰਖ ਆਖੀਐ ਜਿਸ ਲੱਭ ਲੋ ਹੰਕਾਰਾ। ਜੇ ਅੰਦਰ ਲੱਭ ਨਹੀਂ ਗਿਆ, ਹੰਕਾਰ ਨਹੀਂ ਗਿਆ, ਝੂਠ ਨਹੀਂ ਗਿਆ, ਕਹਿੰਦੇ ਫਿਰ ਇਹੋ ਜਿਹੇ ਪੜ੍ਹਨ ਦਾ ਕੀ ਫਾਇਦਾ?
ਤੈ ਨਾਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੀ ਭਗਤ ਨੀ ਉਪਜੀ, ਭੂਖੇ ਦਾਨ ਨਾ ਦੇਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ। ਸੇਵਾ, ਲੋਭ ਤੋਂ ਵੀ ਖੜਾ ਨਹੀਂ ਛੁੱਟਿਆ, ਸੇਵਾ 'ਚ ਲੱਗਿਆ ਨਹੀਂ। ਸਿਰ ਪਰਾਏ ਦੀ ਨਿੰਦਾ ਕਰਨ ਦਾ ਸੁਭਾਅ ਨਹੀਂ ਗਿਆ। ਕੀ ਫਾਇਦਾ ਪੜ੍ਹਨ ਦਾ? ਸੋ ਵਿਦਿਆ ਜਿਹੜੀ ਹੈ ਉਹ ਹੈ ਜਿਹਦੇ ਨਾਲ ਸਾਡੇ ਜੀਵਨ ਦੇ ਵਿੱਚ ਪੂਰਨ ਤੌਰ 'ਤੇ ਟਿਕਾ ਗਿਆ। ਹੁਣ ਟਿਕਾ ਤਾਂ ਹੈ ਨਹੀਂ। ਜਿੰਨੀ ਵਿਦਿਆ ਵੱਧ ਰਹੀ ਹੈ ਤਿਉਂ ਤਿਉਂ ਤਵਾਂ ਵੱਧਦੀ ਜਾ ਰਹੀ ਹੈ, ਤਿਉਂ ਤਿਉਂ ਫੇਰਾ ਫੇਰੀ ਵੱਧਦੀ ਜਾ ਰਹੀ ਹੈ, ਝੂਠ ਵੱਧਦਾ ਜਾ ਰਿਹਾ ਹੈ, ਲੁੱਟਣ ਦਾ ਕੰਮ ਜ਼ਿਆਦਾ ਪੜ੍ਹਿਆ ਜਾ ਰਿਹਾ, ਵੱਧ ਰਿਹਾ ਹੈ। ਪੜ੍ਹੇ ਲਿਖੇ ਜ਼ਿਆਦਾ ਲੁੱਟ ਕੇ ਖਾ ਜਾਂਦੇ ਆ। ਉਹ 'ਚ ਵਿਦਿਆ ਦਾ ਕੀ ਫਾਇਦਾ ਹੈ? ਸਾਹਿਬ ਜੀ ਕਹਿੰਦੇ ਵੀ ਉਹ ਵਿਦਿਆ ਲਿਓ ਜਿਹੜੀ ਆਪਣੇ ਕੰਮ ਆਉਣ ਵਾਲੀ ਹੋਵੇ, ਜਿਹੜੀ ਲੋਕ ਤੇ ਪਰਲੋਕ ਸੰਵਾਰੇ। ਹੈ ਤੇਰੀ ਸਲਾਹ ਲੈਣ ਦੀ, ਜੇ ਤੂੰ ਕਹੇ ਤਾਂ ਅਸੀਂ ਤੈਨੂੰ ਦੱਸ ਦਈਏ ਨੁਕਤਾ ਵਿਦਿਆ ਦਾ। ਦੋਹਰਾ ਕਮਲ ਬਦਨ ਸੁਖ ਸਾਧਨ ਗੁਰ, ਕਰੁਣਾ ਮਨ ਪਰ ਲਿਆਏ। ਸਤਿਗੁਰੂ ਜੀ ਜੋ ਸੁੱਖਾਂ ਦੇ ਦਾਤੇ ਹਨ, ਸੁੱਖਾਂ ਦੇ ਘਰ ਨੇ, ਜਿਨ੍ਹਾਂ ਦਾ ਮੁਖੜ ਹੈ ਕਮਲ ਵਰਗਾ, ਉਹਨਾਂ ਨੂੰ ਨਾ ਤਰਸ ਆ ਗਿਆ। ਤਰਸ ਆ ਗਿਆ ਗੋਪਾਲ ਪਾਂਧੇ ਦੀ ਦਸ਼ਾ ਵੇਖ ਕੇ। ਜਦੋਂ ਉਹਨਾਂ ਨੂੰ ਤਰਸ ਆਇਆ ਇਹ ਬੰਦੇ ਦੀ ਹਾਲਤ ਕੀ ਹੈ। ਵਿਦਿਆ ਤਾਂ ਅਸੀਂ ਲਈ ਸੀ ਵੀ ਅਸੀਂ ਆਪਣਾ ਜਿਹੜਾ ਜੀਵਨ ਹੈ ਉਹ ਸੁੱਖ ਦੇ ਨਾਲ ਬਤੀਤ ਕਰ ਸਕੀਏ, ਪਰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਵੱਧਦੇ ਜਾ ਰਹੇ ਨੇ, ਦੁੱਖ ਵੱਧਦੇ ਜਾ ਰਹੇ। ਉਹਨੂੰ ਸੁਖਦਾਈ ਬਣਾਉਣਾ ਹੈ। ਸੁਖਦਾਈ ਬਣਾਉਣ ਵਾਸਤੇ ਸਤਿਗੁਰੂ ਜੀ ਫਿਰ ਆਪਣੇ ਮੁਖਾਰਬਿੰਦ ਤੋਂ ਬਚਨ ਕਰਦੇ ਹਨ। ਪਾਂਧੇ ਪ੍ਰਤ ਕਲਿਆਣ ਦਾ ਬੋਲੇ ਸ਼ਬਦ ਉਠਾਏ। ਗੋਪਾਲ ਪਾਂਧੇ ਦੇ ਪਰਥਾਏ ਸਤਿਗੁਰੂ ਜੀ ਕਲਿਆਣਦਾਇਕ ਉਪਦੇਸ਼ ਬਖਸ਼ਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਕਹਿੰਦੇ ਤਾਂ ਕਿਸੇ ਦੇ ਪਰਥਾਏ ਨੇ। ਪੰਜਾਬੀ ਦੀ ਸਾਡੀ ਕਹਾਵਤ ਹੈ ਵੀ ਕਹਿਣਾ ਧੀ ਨੂੰ, ਸਮਝਾਉਣਾ ਨੂੰਹ ਨੂੰ। ਨੁਕਤਾ ਹੀ ਹੈ ਇੱਕ ਵੀ ਚਲੋ ਸਿੱਧੇ ਨਾ ਕਹੋ, ਡਾਇਰੈਕਟ ਨਾ ਕਹੋ, ਲੜਾਈ ਪਊਗੀ। ਇਨਡਾਇਰੈਕਟ ਕਹਿ ਦਿਓ, ਲੜਾਈ ਤੋਂ ਬਚਣ ਦਾ ਇੱਕ ਸਾਧਨ ਹੈ। ਕਹਿਣਾ ਤੂੰ ਧੀ ਨੂੰ ਹੈ, ਕੰਨ ਨੂੰਹ ਨੂੰ ਕਰਨਾ ਵੀ ਭਾਈ ਬੇਟਾ ਵੀ ਸਾਡੇ ਘਰ ਦੇ ਨਿਯਮ ਨੇ, ਆ ਦੇਖ ਮੇਰੀ ਧੀ ਵੀ ਇਹ ਕਰਦੀ ਹੈ, ਤੈਨੂੰ ਵੀ ਕਰਨਾ ਪਊਗਾ। ਫਿਰ ਹੁਣ ਨੂੰਹ ਸਮਝਣ ਵਾਲੀ ਹੋਵੇ ਤਾਂ ਹੈ ਨਾ। ਉਹ ਕਹਿੰਦੀ ਆਪਣੀ ਕੁੜੀ ਚ ਨੂੰ ਮੈਨੂੰ ਗੱਲਾਂ ਸੁਣਾਈ ਜਾਂਦੀ ਹੈ, ਗੱਜ ਕੇ ਆਖੋ ਸਤਿਨਾਮ ਸ੍ਰੀ। ਉਹ ਉਲਟਾ ਹੀ ਸਮਝਦੀ ਹੈ, ਕਹਿੰਦੀ ਮੈਨੂੰ ਸਿੱਧਾ ਨਹੀਂ ਕਹਿੰਦੀ ਹੈ, ਕੁੜੀ ਚ ਨੂੰ ਕਹੀ ਜਾਂਦੀ ਹੈ। ਭਲੇ ਉਹ ਤਰੀਕਾ ਹੁੰਦਾ ਹੈ ਸਿਆਣੇ ਬੰਦਿਆਂ ਦਾ ਵੀ ਡਾਇਰੈਕਟ ਨਾ ਕਹੋ, ਇਨਡਾਇਰੈਕਟ ਕਹਿ ਦਿਓ। ਸਿਆਣਾ ਬੰਦਾ ਜਿਹੜਾ ਆਪਣਾ ਭਲਾ ਚਾਹੁੰਦਾ ਉਹ ਸਮਝ ਜਾਂਦਾ ਵੀ ਠੀਕ ਹੈ, ਕੀ ਲੈਣਾ ਕਿਸੇ ਨੇ ਕਿਸੇ ਕੋਲੋਂ। ਗੁਰਮੁਖੋ ਸਮਝਾਉਣ ਦੀਆਂ ਗੱਲਾਂ ਨੇ, ਜੇ ਅਸੀਂ ਸਮਝ ਲਈਏ ਤੇ ਵਾਧਾ ਵਧੇ ਹੀ ਨਾ। ਸਮਝ ਸਭ ਨੂੰ ਆ, ਬਸ ਆਪਾਂ ਵਰਤਦੇ ਨਹੀਂ ਹੈ, ਅਣਗਹਿਲੀ ਕਰਦੇ ਹਾਂ। ਐਸਾ ਤਾਂ ਕੁਝ ਵੀ ਨਹੀਂ ਹੈ ਵੀ ਜਿਹੜਾ ਨਹੀਂ ਪਤਾ ਇਨਸਾਨ ਨੂੰ, ਕਿਹਨੂੰ ਕੀ ਨਹੀਂ ਪਤਾ। ਭਗਤ ਕਬੀਰ ਸਾਹਿਬ ਜੀ ਨੇ ਫੈਸਲਾ ਦਿੱਤਾ ਵੀ ਮਨ ਜਾਣਤ ਸਭ ਬਾਤ। ਕਿਹੜੀ ਗੱਲ ਦਾ ਨਹੀਂ ਪਤਾ ਮਨ ਨੂੰ? ਕਹਿੰਦੇ ਮਨ ਤਾਂ ਸਾਰੀਆਂ ਗੱਲਾਂ ਜਾਣਦਾ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਜਾਣਦਾ ਹੋਇਆ ਵੀ ਔਗਣ ਕਰਦਾ। ਇਹ ਨਹੀਂ ਹੈ ਵੀ ਮਨ ਨੂੰ ਨਹੀਂ ਪਤਾ ਵੀ ਇਹ ਕੰਮ ਗਲਤ ਹੈ, ਨਹੀਂ ਹੈ। ਆਪਾਂ ਨੰਗੀਆਂ ਤਾਰਾਂ ਨੂੰ ਹੱਥ ਕਿਉਂ ਨਹੀਂ ਲਾਉਂਦੇ ਬਈ? ਬਿਜਲੀ ਦੀਆਂ ਨੰਗੀਆਂ ਤਾਰਾਂ ਕੋਈ ਹੱਥ ਲਾਉਂਦਾ? ਪਤਾ ਹੈ ਵੀ ਇੱਥੇ ਕਰੰਟ ਲੱਗੂਗਾ, ਪਤਾ ਨਾ ਸਭ ਨੂੰ ਵੀ ਇੱਥੇ ਕਰੰਟ ਲੱਗੂਗਾ। ਗਰਮ ਚੀਜ਼ ਨੂੰ ਆਪਾਂ ਹੱਥ ਦੇ ਨਾਲ ਚੁੱਕਦੇ ਨਹੀਂ ਹੈ, ਪਤਾ ਹੈ ਵੀ ਗਰਮ ਲੱਗੂਗਾ। ਸੋ ਦੀਂਦਾ ਹੈ ਸਾਰਾ ਕੁਝ ਸਾਨੂੰ, ਇਹ ਤਾਂ ਨਹੀਂ ਹੈ। ਪਰ ਹੁਣ ਇਹ ਪਤਾ ਹੈ ਵੀ ਇੱਥੋਂ ਕਰੰਟ ਲੱਗੂ, ਫੇਰ ਕੋਈ ਤਾਰਾਂ ਫੜ ਲਵੇ ਤੇ ਫਿਰ ਬਿਜਲੀ ਵਾਲੇ ਨੂੰ ਗਾਲਾਂ ਕੱਢੀ ਜਾਵੇ ਵੀ ਮੈਂ ਇਹਦੇ 'ਚ ਕਰੰਟ ਕਾਹਦੇ ਵਾਸਤੇ ਛੱਡਿਆ। ਵੀ ਹੁਣ ਉਹਨਾਂ ਨੇ ਕਰੰਟ ਤਾਂ ਤੁਹਾਡੇ ਭਲੇ ਵਾਸਤੇ ਛੱਡਿਆ, ਇਸ ਵਾਸਤੇ ਤਾਂ ਉਹਨੂੰ ਛੱਡਿਆ ਨਹੀਂ ਹੈ ਵੀ ਤੁਸੀਂ ਨੰਗੀਆਂ ਤਾਰਾਂ ਨੂੰ ਹੱਥ ਲਾਓ।
ਨੰਗੀਆਂ ਤਾਰਾਂ ਤਾਂ ਬਹੁਤ ਉੱਚੀਆਂ ਰੱਖੀਆਂ ਉਹਨਾਂ ਨੇ, ਭਲੇ ਵਾਸਤੇ ਹੈ। ਮਨ ਜਾਣਤ ਸਭ ਬਾਤ, ਸਾਰੀਆਂ ਗੱਲਾਂ ਪਤਾ ਹੈ। ਜਾਣਤ ਹੀ ਔਗਣ ਕਰੈ, ਜਾਣ ਕੇ ਔਗਣ ਕਰਦਾ, ਜਾਣ ਦਾ ਪਤਾ ਵੀ ਇਹ ਗਲਤ ਹੈ। ਕਾਹੇ ਕੀ ਕੁਸ਼ਲਾਤ ਹਾਥ ਦੀ ਕੋਈ ਪਰੈ, ਇਹ ਕਹਿੰਦੇ ਕਿਹੜੀ ਖੁਸ਼ੀ ਵਾਲੀ ਗੱਲ ਹੈ ਵੀ ਬੰਦਾ ਹੱਥ 'ਚ ਦੀਵਾ ਲੈ ਕੇ ਖੂਹ 'ਚ ਡਿੱਗ ਜੇ, ਦੀਵਾ ਹੱਥ 'ਚ ਫੜਨ ਦਾ ਕੀ ਫਾਇਦਾ ਹੈ। ਸਮਝ ਪਰਮਾਤਮਾ ਨੇ ਸਭ ਨੂੰ ਦਿੱਤੀ ਹੋਈ ਹੈ, ਬਸ ਆਪਾਂ ਕਰਦੇ ਹਾਂ ਅਣਗਹਿਲੀ। ਅਣਗਹਿਲੀ ਹੈ, ਇਹ ਨਹੀਂ ਵੀ ਸਮਝ ਨਹੀਂ, ਪਤਾ ਸਭ ਹੈ। ਸੋ ਗੁਰਬਾਣੀ ਅੰਦਰ ਵੀ ਸਤਿਗੁਰਾਂ ਜੀ ਨੇ ਨੁਕਤਾ ਵਰਤਿਆ ਵੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਕਿਸੇ ਦੇ ਪਰਥਾਏ ਕਹਿੰਦੇ ਨੇ, ਪਰ ਗੱਲ ਸਾਰੇ ਸੰਸਾਰ ਦੇ ਲਈ ਸਾਂਝੀ ਹੁੰਦੀ। ਹੁਣ ਪਾਤਸ਼ਾਹ ਜੀ ਪਰਥਾਏ ਤਾਂ ਕਹਿੰਦੇ ਹਨ ਗੋਪਾਲ ਪਾਂਧੇ ਦੇ, ਪਰ ਸਿੱਖਿਆ ਸਾਰੇ ਸੰਸਾਰ ਲਈ ਹੈ। ਇਹ ਸੰਸਾਰ ਦੇ ਪੜ੍ਹੇ ਲਿਖੇ ਲੋਕੋ, ਜਿਹੜੇ ਤੁਸੀਂ ਅੱਗੇ ਵਿਦਿਆ ਪੜ੍ਹਾ ਰਹੇ ਹੋ ਨਾ, ਉਹ ਧਿਆਨ ਦੇ ਨਾਲ ਇਹ ਗੱਲ ਸੁਣ ਲਓ। ਇਹਦੇ ਨਾਲ ਲੋਕ ਵੀ ਸਮਰੇਗਾ ਤੇ ਪਰਲੋਕ ਵੀ ਸਮਰੇਗਾ। ਇਹ ਸ਼ਬਦ ਸਤਿਗੁਰੂ ਜੀ ਕਹਿੰਦੇ ਹਨ। ਸ੍ਰੀ ਰਾਗ ਮਹਲ ਪਹਿਲਾ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ। ਇਹ ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ ਸੰਸਾਰ ਨੂੰ। ਸਾਹਮਣੇ ਗੋਪਾਲ ਪਾਂਧਾ ਬੈਠਿਆ ਹੈ ਕਿ ਉਹ ਪ੍ਰਕਰਨ ਆਪਾਂ ਅਗਲੀ ਕਥਾ ਵਿੱਚ ਸਰਵਣ ਕਰਾਂਗੇ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਆਓ ਥੋੜ੍ਹਾ ਸਮਾਂ ਆਪਾਂ ਉਹਨਾਂ ਦੀ ਬਾਣੀ ਦੇ ਵਿੱਚੋਂ ਹੀ ਦਰਸ਼ਨ ਕਰਾਂਗੇ ਜੋ ਕਲਗੀਧਰ ਪਾਤਸ਼ਾਹ ਜੀ ਨੇ ਆਪ ਉਚਾਰਨ ਕੀਤੀ ਹੈ। ਪਹਿਲਾ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਕਿ ਭਾਈ ਅਸੀਂ ਤਪੱਸਿਆ ਕਰੀਏ। ਉਹਦਾ ਜ਼ਿਕਰ ਵੀ ਕੀਤਾ ਹੈ, ਥਾਂ ਵੀ ਦੱਸੀ ਹੈ ਕਿ ਹੇਮਕੁੰਟ ਪਰਬਤ ਹੈ ਜਹਾਂ, ਸਾਪਤ ਸਰਿੰਗ ਸੋਭਤ ਹੈ ਤਹਾਂ। ਹੇਮਕੁੰਡ, ਹਿਮ ਬਰਫ ਦਾ ਕੁੰਡ ਹੈ। ਉੱਥੇ ਫਿਰ 7 ਚੋਟੀਆਂ ਦਾ ਵੀ ਜ਼ਿਕਰ ਕਰਤਾ। ਉੱਥੇ ਹੇਮਕੁੰਡ ਤੇ ਤੁਸੀਂ ਲੱਭਦੇ ਫਿਰੋ ਨਾ, ਉੱਥੇ 7 ਚੋਟੀਆਂ ਨੇ। ਪੰਡ ਰਾਜ ਜੇ ਜੋ ਕਵਾਵਾ, ਜਿੱਥੇ ਪਾਂਡਵ ਨੇ ਵੀ ਕਹਿੰਦੇ ਵੀ ਬੈਠ ਕੇ ਤਪੱਸਿਆ ਕੀਤੀ ਹੈ। ਤੈ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਰਾਧੀ। ਬੜੀ ਤਪੱਸਿਆ ਕਰੀ। ਇੱਕ ਸ਼ਕਤੀ ਹੈ ਮਹਾਕਾਲ, ਕਾਲ ਕਾ ਅਰਾਧੀ। ਮਹਾਕਾਲ ਦਾ ਵੀ ਕਾਲ ਕਰਨ ਵਾਲੀ ਸ਼ਕਤੀ ਪਰਮਾਤਮਾ, ਉਹਦਾ ਆਰਾਧਨ ਕਰਿਆ। ਤੈ ਹਮ ਅਦਕ ਤਪੱਸਿਆ ਸਾਧੀ, ਬਹੁਤ ਜ਼ਿਆਦਾ ਤਪੱਸਿਆ ਕਰੀ। ਕਿੰਨੀ ਕੀ ਕਰੀ ਕਿ ਇਨ ਵਿਦ ਕਰਤ ਤਪੱਸਿਆ ਭਿਓ, ਦੁਆਇ ਤੇ ਏਕ ਰੂਪ ਹੋਏ ਗਿਓ। ਇੰਨਾ ਸਿਮਰਨ ਕੀਤਾ ਕਿ ਉੱਥੇ ਧੇ ਧਿਆਤਾ ਗੇ ਗਿਆਤਾ। ਧਿਆਉਣ ਵਾਲਾ ਜਿਹਦਾ ਧਿਆਨ ਧਰੀ ਬੈਠਿਆ ਸੀ, ਉਹਦਾ ਹੀ ਰੂਪ ਹੋ ਗਿਆ। ਉਹਦਾ ਰੂਪ ਹੋ ਗਿਆ, ਪਰਮਾਤਮਾ ਦਾ ਹੀ ਰੂਪ ਹੋ ਗਿਆ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ। ਜਿਵੇਂ ਪਾਣੀ ਦੀ ਬੂੰਦ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਇੱਕੋ ਹੀ ਰੂਪ ਹੋ ਗਏ। ਇਨ ਵਿਦ ਕਰਤ ਤਪੱਸਿਆ ਭਿਓ, ਦੁਆਇ ਤੇ ਏਕ ਰੂਪ ਹੋਏ ਗਿਓ। ਇੱਕੋ ਹੀ ਰੂਪ ਹੋ ਗਏ, ਫਰਕ ਰਿਹਾ ਹੀ ਨਹੀਂ। ਤੇ ਉਧਰ ਮਾਲਕ ਦੇ ਵਿੱਚ ਲੀਨ ਹੋ ਗਏ, ਅਭੇਦ ਹੋ ਗਏ। ਤੇ ਇੱਧਰ ਮੋਰ ਪਿਤਾ ਪੂਰਵ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਾਤ ਮਾਤ ਮੋਰ ਅਲਖ ਅਰਾਧਾ। ਤਾਤ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੋਦਰੀ ਜੀ, ਤਾਤ ਮਾਤ ਦੋਵਾਂ ਨੇ ਅਲਖ ਪ੍ਰਮਾਤਮਾ ਦੀ ਆਰਾਧਨਾ ਕਰੀ। ਕਿਵੇਂ?
ਮੋਰ ਪਿਤ ਪੂਰਵ ਕੀਸ ਪਿਆਨਾ। ਮੇਰੇ ਪਿਤਾ ਜੀ ਪੂਰਬ ਵੱਲ ਨੂੰ ਚੱਲੇ, ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 9ਵੀਂ ਜੋਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਜਦੋਂ ਗੁਰੂ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੇ, ਤਕਰੀਬਨ 1 ਸਾਲ ਦੇ ਨੇੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਪਤ ਰਹੇ ਨੇ। ਉਹਦਾ ਭੇਦ ਹੈ। ਇੱਕ ਤਾਂ ਆਪਣੇ ਸਿੱਖਾਂ ਨੂੰ ਸਤਿਗੁਰੂ ਜੀ ਵੇਖਦੇ ਨੇ ਵੀ ਸਿੱਖਾਂ ਨੂੰ ਗੁਰੂ ਦੀ ਪਛਾਣ ਹੋ ਗਈ ਕਿ ਨਹੀਂ ਹੋ ਗਈ। ਜਿਹਨੂੰ ਮਰਜ਼ੀ ਮੱਥਾ ਟਿਕਾ ਲਓ। 1 ਸਾਲ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖਾਂ ਨੂੰ ਪਰਖਿਆ, ਦੇਖਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਕੀ ਹੁੰਦਾ ਹੈ। ਜਾਂ ਫਿਰ ਜਿਹਨੂੰ ਮਰਜ਼ੀ ਮੱਥਾ ਟਿਕਾ ਲਓ, ਕਿਉਂਕਿ ਉੱਥੇ 22 ਗੁਰੂ ਬੈਠ ਕੇ ਸੀ ਬਣ ਕੇ, 22 ਮੰਜੀਆਂ ਲੱਗ ਗਈਆਂ ਬਕਾਲੇ ਦੇ ਵਿੱਚ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਪਤ ਰਹੇ। ਹੁਣ ਇਹਦੇ ਵਿੱਚ 2 ਗੱਲਾਂ ਦੀ ਪਰਖ ਹੈ, ਇੱਕ ਤਾਂ ਸਿੱਖਾਂ ਦੀ, ਇੱਕ ਗੁਰੂ ਦੀ। ਗੁਰੂ ਦੀ ਵੀ ਪਰਖ ਹੈ ਵੀ ਜਿਹੜੇ ਗੁਰੂ ਬਣ ਕੇ ਬੈਠੇ ਹੈ, ਵੀ ਜਿਹੜਾ ਗੁਰੂ ਵਾਲਾ ਕੰਮ ਉਹ ਕਰਦੇ ਵੀ ਹੈ ਕਿ ਨਹੀਂ, ਇਹ ਵੀ ਪਤਾ ਚੱਲ ਜੂਗਾ। ਗੁਰੂ ਦਾ ਵੀ ਕੋਈ ਕੰਮ ਹੁੰਦਾ ਨਾ, ਗੁਰੂ ਐਵੇਂ ਤਾਂ ਨਹੀਂ ਹੁੰਦਾ। ਗੁਰੂ ਦਾ ਕੰਮ ਹੈ, ਜਿਹੜਾ ਗੁਰੂ ਕੰਮ ਕਰ ਸਕਦਾ ਉਹ ਦੁਨੀਆ ਦੇ ਅੰਦਰ ਕੋਈ ਨਹੀਂ ਕਰ ਸਕਦਾ, ਉਹ ਗੁਰੂ ਹੀ ਕਰ ਸਕਦਾ। ਗੁਰੂ ਵਾਲਾ ਕੰਮ ਨਹੀਂ ਕੋਈ ਕਰ ਸਕਦਾ। ਹੁਣ ਦੇਖਦੇ ਨੇ ਵੀ ਜਿਹੜੇ ਗੁਰੂ ਬਣੇ ਬੈਠੇ ਨੇ, ਵੀ ਜਦੋਂ ਗੁਰੂ ਦੀ ਲੋੜ ਪਈ ਗੁਰੂ ਵਾਲਾ ਕੰਮ ਕਰਨਗੇ ਇਹ। ਤੇ ਸਿੱਖਾਂ ਨੂੰ ਪਰਖਦੇ ਆ ਵੀ ਸਿੱਖਾਂ ਨੂੰ ਪਛਾਣ ਹੋ ਗਈ ਕਿ ਨਹੀਂ ਹੋ ਗਈ। ਇਹ ਪਰਚਾ ਪਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ, ਜਿਹੜੇ ਸਤਿਗੁਰੂ ਜੀ ਤਕਰੀਬਨ 1 ਸਾਲ ਗੁਪਤ ਰਹਿੰਦੇ ਆ, ਪ੍ਰਗਟ ਨਹੀਂ ਹੁੰਦੇ। ਗੁਰੂ ਹੁੰਦਿਆਂ ਹੋਇਆਂ ਪ੍ਰਗਟ ਨਹੀਂ ਹੁੰਦੇ। ਹੁਣ ਸਿੱਖ ਵੀ ਆ ਗਿਆ ਮੱਖਣ ਸ਼ਾਹ ਲਵਾਣਾ। ਜਦੋਂ ਉਹਨੂੰ ਆ ਕੇ ਉਹਦੀ ਖਿੱਚ ਤੂ ਹੋਈ, ਕਹਿੰਦੇ ਵੀ ਇੱਧਰ ਆ ਜਾ, ਇੱਧਰ ਆ ਜਾ, ਇੱਧਰ ਆ ਜਾ, ਇੱਧਰ ਆ, ਇੱਧਰ ਅਸਲੀ ਗੁਰੂ ਹੈ, ਇੱਧਰ। ਉਹ ਕਹਿੰਦਾ ਗੁਰੂ ਨਕਲੀ ਵੀ ਹੁੰਦਾ, ਗੁਰੂ ਤਾਂ ਅਸਲੀ ਹੁੰਦਾ ਹੈ। ਖੈਰ ਉਹਨੇ ਆਪਣੀ ਭਾਵ ਨਾਲ ਮੱਥਾ ਟੇਕਿਆ, ਪਰ ਉਹਦੀ ਤਸੱਲੀ ਨਹੀਂ ਹੋਈ। ਉਹਦੀ ਤਸੱਲੀ ਹੋਈ। ਸਾਰਿਆਂ ਦੇ ਕੋਲ ਜਾ ਕੇ ਸ਼ਾਮ ਨੂੰ ਆਪਣੇ ਡੇਰੇ ਵਾਪਸ ਆ ਜਾਂਦਾ ਹੈ। ਫਿਰ ਉਹਨੇ ਦੂਸਰੇ ਦਿਨ ਜਿਹੜੇ ਮਸੰਦ ਆਏ ਇਹਨਾਂ ਨੂੰ ਲੈਣ ਵੀ ਆ ਜਾਓ ਜੀ ਦਰਬਾਰ ਸਾਹਿਬ ਦਰਸ਼ਨ ਕਰ ਲਓ। ਇੱਕ ਕਹਿ ਕੇ ਗਿਆ, ਦੂਸਰਾ ਕਹਿੰਦਾ ਜੀ ਇਹ ਤਾਂ ਐਵੇਂ ਬੈਠਿਆ ਮੰਜੀ ਲਾਈ, ਅਸਲੀ ਤਾਂ ਸਾਡੇ ਵਾਲਾ ਹੈ। ਉਹ ਕਹਿ ਕੇ ਚਲਾ ਗਿਆ। ਤੀਸਰਾ ਕਹਿੰਦਾ ਜੀ ਸਾਡੇ ਵਾਲਾ ਅਸਲੀ ਹੈ। ਝਗੜਾ ਪੈ ਗਿਆ, ਕਮਾਲ ਹੋ ਗਈ। ਉਹਨੇ ਫਿਰ ਇੱਕ ਮਸੰਦ ਨੂੰ ਪੁੱਛਿਆ, ਕਹਿੰਦਾ ਵੀ ਤੇਰਾ ਮੈਂ ਮਾਣ ਤਾਣ ਕਰ ਦੂੰ ਤੇ ਮੈਨੂੰ ਐਂ ਦੱਸ ਵੀ ਉਰੇ ਹੋਰ ਵੀ ਕੋਈ ਮੰਜੀ ਲਾ ਕੇ ਬੈਠਿਆ। ਉਹ ਕਹਿੰਦਾ ਜੀ ਹੈਗਾ ਇੱਕ, ਪਹਿਲਾਂ ਦਾ ਹੀ ਰਹਿੰਦਾ ਉਰੇ, ਪਰ ਨਾ ਉਹ ਸੁਭਾਅ ਦੇ ਪੱਖੋਂ ਨਾ ਥੋੜਾ ਇਸ ਤਰ੍ਹਾਂ ਵੀ ਗੱਲ ਘੱਟ ਕਰਦਾ, ਬਾਹਰ ਘੱਟ ਨਿਕਲਦਾ। ਹੈਗਾ ਜ਼ਰੂਰ ਹੈ, ਪਹਿਲਾਂ ਦਾ ਤਾਂ ਉਹੀ ਬੈਠਿਆ ਅਸਲ ਦੇ ਵਿੱਚ। ਕਹਿੰਦੇ ਫਿਰ ਉਹਦੇ ਕੋਲ ਲੈ ਕੇ ਚੱਲੇਗਾ ਮੈਨੂੰ? ਕਹਿੰਦਾ ਵੀ ਲੈ ਕੇ ਤਾਂ ਚਲਿਆ ਜਾਂਦਾ, ਪਰ ਜਿਹੜਾ ਮੇਰਾ ਮਸੰਦ ਹੈ ਫਿਰ ਨਾਰਾਜ਼ ਹੋ ਜੂ। ਉਹ ਕਹਿੰਦਾ ਵੀ ਉਹਦੇ ਕੋਲ ਜਾਣ ਦੀ ਤੈਨੂੰ ਲੋੜ ਹੀ ਨਹੀਂ ਪੈਣੀ, ਮੈਨੂੰ ਲੈ ਕੇ ਚੱਲ। ਆ ਗਿਆ। ਜਦੋਂ ਉਹਨੇ ਨਮਸਕਾਰ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਂਹ ਫੜ ਲਈ। ਕਹਿੰਦੇ ਭਾਈ ਸਿੱਖਾ, ਗੁਰੂ ਨਾਲ ਬਚਨ ਕਰਕੇ ਪਿੱਛੇ ਨਹੀਂ ਹੋਟੀਦਾ, ਟਲੀ ਦਾ ਨਹੀਂ ਹੁੰਦਾ, ਗੱਜ ਕੇ ਆਖੋ ਸਤਿਨਾਮ ਸ੍ਰੀ। ਜਾਂ ਤਾਂ ਬਚਨ ਕਰੋ ਨਾ, ਜੇ ਕਰਿਆ ਪਿੱਛੇ ਨਹੀਂ ਹਟੀਦਾ। ਉਹਨੇ ਫਿਰ ਰੌਲਾ ਪਾਇਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਮੈਂ ਸਾਚਾ ਗੁਰੂ ਲਾਧੋ ਰੇ। ਉਹਨੂੰ ਪਛਾਣ ਸੀ ਗੁਰੂ ਦੀ, ਵੀ ਗੁਰੂ ਜਿਹੜਾ ਕੀ ਹੁੰਦਾ ਹੈ। ਜਣੇ ਖਣੇ ਨੂੰ ਮੱਥਾ ਨਹੀਂ ਟੇਕਣਾ, ਉਹਨੂੰ ਪਤਾ ਸੀ। ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤੇ ਫਿਰ ਉਹਨਾਂ ਦੇ ਧੀਰਮਲ ਨੇ ਗੋਲੀ ਚਲਾਤੀ, ਸੀਹੇ ਮਸੰਦ ਨੇ। ਫੇਰ ਵੀ ਗੁਰੂ ਨੇ ਕੀ ਕਿਹਾ? ਧੀਰਮਲ ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ। 3 ਵਾਰ ਕਿਹਾ। ਹੁਣ ਸਤਿਗੁਰਾਂ ਜੀ ਨੇ ਵੇਖਿਆ ਵੀ ਇੱਥੇ ਕਲੇਸ਼ ਹੈ, ਝਗੜਾ ਹੈ। ਪਾਤਸ਼ਾਹ ਜੀ ਨੇ ਬਕਾਲਾ ਛੱਡਿਆ ਤੇ ਸ੍ਰੀ ਅੰਮ੍ਰਿਤਸਰ ਚਲੇ ਗਏ। 65 ਸਾਲ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪ੍ਰਬੰਧ ਜਿਹੜਾ ਨਾ,
ਉਹ ਪਿਰਥੀ ਚੰਦ ਦੀ ਅੰਸ਼ ਵੰਸ਼ ਦੇ ਕੋਲ ਰਿਹਾ 65 ਸਾਲ। ਤੇ ਜਦੋਂ ਉਹਨਾਂ ਮਸੰਦਾਂ ਨੇ ਦੇਖਿਆ ਵੀ ਇਹ ਕਿਤੇ ਦਾਵਾ ਨਾ ਕਰੇ ਵੀ ਸਾਡੇ ਵੱਡਿਆਂ ਦਾ ਸਥਾਨ ਹੈ, ਉਹਨਾਂ ਨੇ ਗੁਰੂ ਜੀ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ। ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਤੇ ਥੜਾ ਸਾਹਿਬ ਤੇ ਬੈਠ ਕੇ ਆਪਣਾ ਆਨੰਦ ਮਾਣ ਕੇ ਆ ਗਏ। ਨਹੀਂ ਵੜਨ ਦਿੱਤਾ, ਕੋਈ ਗੱਲ ਨਹੀਂ, ਜੋੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ। ਉੱਥੋਂ ਫਿਰ ਸਤਿਗੁਰੂ ਜੀ ਆਉਂਦੇ ਨੇ ਕੀਰਤਪੁਰ ਸਾਹਿਬ ਦੇ ਵਿੱਚ, ਤੇ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਮਾਤਾ ਕ੍ਰਿਸ਼ਨ ਕੌਰ ਜੀ, ਉਹਨਾਂ ਨੇ ਮੰਜੀ ਸਾਹਿਬ, ਚੌਰ ਸਾਹਿਬ ਤੇ ਚੰਦੋਆ ਸਾਹਿਬ ਤੇ ਗੁਰਬਾਣੀ ਦੀਆਂ ਪੋਥੀਆਂ ਉਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇ ਦਿੱਤੀਆਂ ਵੀ ਜਦੋਂ ਨੌਵੀਂ ਜੋਤ ਇਹ ਹੈ ਤੇ ਇਹਨਾਂ ਨੂੰ ਦੇ ਦਿਓ। ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਸਾਹਿਬ ਦੇ ਵਿੱਚ ਪ੍ਰਗਟ ਹੋਏ, ਉੱਥੇ ਵੀ ਸ਼ਰੀਕ ਜਿਹੜੇ ਨੇ ਸ਼ਰੀਕਪੁਣਾ ਕਰਨ ਲੱਗ ਗਏ। ਕਹਿੰਦੇ ਵੀ ਇਹ ਗੁਰੂ ਕਿਵੇਂ ਬਣ ਗਿਆ ਇਹ? ਤਾਂ ਸਤਿਗੁਰਾਂ ਜੀ ਨੇ ਵੇਖਿਆ ਵੀ ਇੱਥੇ ਵੀ ਈਰਖਾ, ਕਹਿੰਦੇ ਇੱਥੇ ਰਹਿਣਾ ਨਹੀਂ। ਇੱਥੋਂ ਫਿਰ ਸਤਿਗੁਰੂ ਜੀ ਅੱਗੇ ਚਲੇ ਗਏ। ਇੱਥੇ ਖਮਾਖੋਵਾਲ ਪਿੰਡ ਸੀ ਤੇ ਉਹ ਥਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਰੀਦ ਲਈ ਤੇ ਉਹਦਾ ਨਾਮ ਰੱਖਿਆ ਸੀ ਚੱਕ ਨਾਨਕੀ। ਕਿਉਂ ਰੱਖਿਆ ਸੀ? ਕਿਉਂਕਿ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਾਤਾ ਦਾ ਨਾਮ ਹੈ। ਆਪਾਂ ਤਾਂ ਨੇਮ ਪਲੇਟ ਆਪਣੀ ਲਾਉਂਦੇ ਆ ਨਾ ਅੱਗੇ, ਬੇਬੇ ਬਾਪੂ ਨੂੰ ਕਿਹੜਾ ਪੁੱਛਦਾ ਹੈ, ਆਪਣੀ ਲਾਓ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੇ ਨਾਂ ਤੇ ਨਗਰ ਬਸਾਇਆ, ਜਿਹਨੂੰ ਅੱਜ ਕੱਲ੍ਹ ਆਪਾਂ ਸ੍ਰੀ ਅਨੰਦਪੁਰ ਸਾਹਿਬ ਕਹਿੰਦੇ ਆ। ਹੁਣ ਇੱਥੇ ਰਾਮ ਰਾਏ ਤੇ ਧੀਰਮਲ ਇਹ ਆਪਸ ਦੇ ਵਿੱਚ ਚਿੱਠੀ ਪੱਤਰ ਕਰਦੇ ਆ ਬਈ ਆਪਣਾ ਕੰਮ ਤਾਂ ਖਰਾਬ ਹੋ ਗਿਆ, ਆਪਾਂ ਤਾਂ ਹੁਣ ਕੋਈ ਪੁੱਛਦਾ ਨਹੀਂ ਹੈ। ਕਿਉਂਕਿ ਸਾਰੀ ਸੰਗਤ ਜਿਹੜੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਜਾਣ ਲੱਗ ਗਈ। ਇਹਨਾਂ ਦਾ ਕੰਮ ਠੱਪ ਹੋ ਗਿਆ ਪਖੰਡੀਆਂ ਦਾ। ਤੇ ਇਹਨਾਂ ਨੇ ਸਲਾਹ ਕਰੀ ਵੀ ਪਹਿਲਾਂ ਧੀਰਮਲ ਕਹਿੰਦਾ ਵੀ ਮੈਂ ਤਾਂ ਗੋਲੀ ਚਲਾ ਕੇ ਦੇਖ ਲਈ, ਮੇਰੇ ਕੋਲ ਤਾਂ ਬਚ ਗਿਆ, ਵੀ ਹੁਣ ਤੂੰ ਕੁਝ ਕਰ ਸਕਦਾ ਕਰ ਲੈ, ਮੇਰੇ ਕੋਲ ਤਾਂ ਬਚ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਅਸੀਂ ਪੰਜਾਬ ਛੱਡ ਦਿੰਨੇ, ਤੁਸੀਂ ਆਪਣਾ ਕੰਮ ਚਲਾ ਲਓ, ਪੈਸੇ ਇਕੱਠੇ ਕਰਨੇ, ਤੁਸੀਂ ਚੜਾਵਾ ਹੀ ਇਕੱਠਾ ਕਰਨਾ ਹੈ, ਕਰ ਲਓ, ਅਸੀਂ ਪੰਜਾਬ ਛੱਡ ਦਿੰਨੇ ਆ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਪਏ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਮੋਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਤੀਰਥਾਂ ਤੇ ਗਏ ਸਤਿਗੁਰੂ ਜੀ, ਕਿਉਂਕਿ ਤੀਰਥਾਂ ਦੇ ਉੱਤੇ ਇਕੱਠ ਬਹੁਤ ਹੁੰਦਾ ਸੀਗਾ ਤੇ ਥੋੜੇ ਸਮੇਂ ਦੇ ਵਿੱਚ ਬਹੁਤੇ ਲੋਕਾਂ ਦਾ ਭਲਾ ਹੁੰਦਾ ਸੀ। ਇਸ ਕਰਕੇ ਸਤਿਗੁਰਾਂ ਜੀ ਨੇ ਤੀਰਥਾਂ ਦੀ ਯਾਤਰਾ ਕੀਤੀ। ਉਦਮ ਸਤਿਗੁਰ ਤੀਰਥ ਗਿਆ, ਸਭ ਲੋਕ ਉਦਰਨ ਅਰਥਾ। ਲੋਕਾਂ ਦੇ ਉਧਾਰ ਕਰਨ ਵਾਸਤੇ ਗੁਰੂ ਜੀ ਨੇ ਤੀਰਥਾਂ ਤੇ ਜਾਣ ਦਾ ਉਦਮ ਕੀਤਾ ਹੈ। ਤੇ ਜਾਵਹੀ ਜਾਤ ਤਰਵੇਣੀ ਭਏ, ਪੁੰਨ ਦਾਨ ਕਰਤ ਦਿਨ ਬੀਤੇ। ਆਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਜਦੋਂ ਤਰਵੇਣੀ ਪਹੁੰਚ ਕੇ ਇਲਾਹਾਬਾਦ, ਇੱਥੇ ਸੰਗਮ ਹੈ 3 ਨਦੀਆਂ ਦਾ, ਗੰਗਾ ਜਮਨਾ ਸਰਸਵਤੀ, 2 ਪ੍ਰਗਟ ਨੇ ਤੇ 1 ਗੁਪਤ ਮੰਨੀ ਹੈ। ਸਨਾਤਨ ਮੱਤ ਦਾ ਇਹ ਮਾਘ ਦੀ ਸੰਕਰਾਂਤ ਨੂੰ ਇੱਥੇ ਬਹੁਤ ਵੱਡਾ ਇਕੱਠ ਹੁੰਦਾ ਹੈ ਨਹਾਉਣ ਵਾਲਿਆਂ ਦਾ। ਮਾਘ ਦੀ ਸੰਕਰਾਂਤ। ਜਾਵੇ ਜਾਤ ਤਰਵੇਣੀ ਭਏ, ਪੁੰਨ ਦਾਨ ਕਰਤ ਦਿਨ ਬੀਤੇ। ਦਿਨ ਤੇ ਰਾਤ ਸ਼ੁਭ ਕਰਮਾਂ ਦੇ ਵਿੱਚ ਬਤੀਤ ਹੁੰਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਸਾਰੇ ਕਰਮ ਸ਼ੁਭ ਨੇ। ਹੁਣ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਾਤਾ ਨਾਨਕੀ ਜੀ, ਉਹਨਾਂ ਨੇ ਫਿਰ ਬੇਨਤੀ ਕਰੀ, ਕਹਿੰਦੀ ਲਾਲ ਜੀ, ਜਦੋਂ ਤੁਹਾਡੇ ਪਿਤਾ ਜੀ ਜੋਤੀ ਜੋਤ ਸਮਾਏ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ, ਕਿ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਤੇਰੇ ਨਾਲ ਹੀ ਚੱਲਦੀ, ਮੈਂ ਨਹੀਂ ਰਹਿਣਾ, ਮੈਥੋਂ ਮੇਰੇ ਪੁੱਤਰ ਦਾ ਦੁੱਖ ਵੇਖਿਆ ਨਹੀਂ ਜਾਣਾ, ਪੁੱਤਰ ਮੇਰਾ ਭੋਲਾ ਹੈ। ਪਰ ਤੁਹਾਡੇ ਪਿਤਾ ਜੀ ਨੇ ਬਚਨ ਕੀਤਾ ਸੀ
ਕਿ ਨਾਨਕੀ ਤੇਰਾ ਪੁੱਤਰ ਗੁਰੂ ਬਣੇਗਾ, ਔਰ ਤੇਰੇ ਪੁੱਤਰ ਦੇ ਘਰੇ ਜਿਹਨੇ ਆਉਣਾ ਹੈ ਨਾ, ਮਹਾਂਪੁਰਖ ਨੇ, ਉਹ ਤੂੰ ਆਪਣੇ ਪੋਤਰੇ ਨੂੰ ਕਢਾ ਕੇ ਸਾਡੇ ਕੋਲ ਆਏਂਗੀ। ਤੂੰ ਤਾਂ ਬਹੁਤ ਭਾਗਾਂ ਵਾਲੀ ਹੈ। ਕਹਿੰਦੀ ਪੁੱਤਰ ਹੁਣ ਉਮਰ ਮੇਰੀ ਵਾਹਵਾ ਹੋ ਗਈ, ਤੇਰੀ ਵੀ ਵਾਹਵਾ ਹੋ ਗਈ, ਤੇ ਹੁਣ ਮੈਨੂੰ ਪੋਤਰੇ ਦੇ ਦਰਸ਼ਨ ਤਾਂ ਕਰਵਾ ਦੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਅਸੀਂ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹਾਂ, ਪਰ ਗੁਰਬਾਣੀ ਕੀ ਕਹਿੰਦੀ, ਨਾਲ ਇਹ ਖਿਆਲ ਰੱਖਿਆ ਕਰੋ। ਸਾਨੂੰ ਥੋੜਾ ਜਿਹਾ ਭੁਲੇਖਾ ਪਾਤਾ ਵੀ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤੀ ਸਾ ਸੰਭਾਲੇ, ਵੀ ਗੁਰੂ ਸਾਡੇ ਨਾਲ ਹੈ। ਕੋਈ ਕਹਿੰਦਾ ਜੀ ਗੁਰੂ ਨਾਨਕ ਮੇਰੇ ਨਾਲ ਹੈ, ਕੋਈ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮੇਰੇ ਨਾਲ ਹੈ, ਬਾਬਾ ਘੋੜੇ ਤੇ ਜਿਹੜਾ ਮੇਰੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ। ਆਪਾਂ ਤੁਰ ਪਏ ਇਸ ਵਾਸਤੇ, ਪਰ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਕਿ ਜੇ ਬਾਬਾ ਸਾਡੇ ਨਾਲ ਐ ਤੁਰਿਆ ਫਿਰਦਾ, ਫਿਰ ਇਹ ਗੁਰਬਾਣੀ ਕੀ ਹੋਈ ਬਈ? ਗੁਰ ਮੇਰਾ ਸੰਗ ਸਦਾ ਹੈ ਨਾਲੇ। ਗੁਰੂ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਸਾਡੇ ਨਾਲ ਹੈ ਹਰ ਵਕਤ, ਹਰ ਥਾਂ ਤੇ। ਤੁਸੀਂ ਕੋਈ ਵੀ ਵਿੱਚ ਸੋਚੋ, ਉਹਦੇ ਨਾਲ ਗੁਰਬਾਣੀ ਹੈ, ਨਾਲ ਦੀ ਨਾਲ। ਹੁਣ ਆਪਾਂ ਦਾਅਵਾ ਕਰਦੇ ਹਾਂ ਨਾ, ਦਾਅਵੇ ਦੇ ਵਿੱਚ ਜ਼ਿੰਦਗੀ ਜਿਉਂਦਾ ਮਨੁੱਖ। ਕੀ ਕਹਿੰਦਾ ਹੈ? ਹਮ ਕੀਆ ਹਮ ਕਰਾਂਗੇ। ਟਲਦਾ ਨਹੀਂ ਹਲੇ ਹੈ। ਚਲੋ ਬੰਦਾ ਟਲਦਾ ਜਾਵੇ ਨਾ, ਹਮ ਕੀਆ, ਚਲ ਇੱਥੇ ਤੱਕ ਰੁਕ ਜੇ। ਕਹਿੰਦਾ ਨਾ, ਹਮ ਕੀਆ ਹਮ ਕਰਾਂਗੇ, ਹਲੇ ਕਰਨ ਨੂੰ ਵੀ ਫਿਰਦਾ ਹੈ। ਸਾਹਿਬ ਜੀ ਕਹਿੰਦੇ ਠੀਕ ਹੈ, ਇੱਕ ਗੱਲ ਹੋਰ ਨਾਲ ਕਹਿ ਦਿਆ ਕਰ ਕਿ ਹਮ ਮੂਰਖ ਗਵਾਰ। ਅਸੀਂ ਮੂਰਖ ਹੈ, ਅਸੀਂ ਗਵਾਰ, ਅਸੀਂ ਬਿਲਕੁਲ ਉਜਾਡਾਂ। ਐਵੇਂ ਕਹਿ ਦਿਆ ਕਰ ਆਪਣੇ ਆਪ ਨੂੰ। ਓਏ ਕਰਨੇ ਵਾਲਾ ਵਿਸਰਿਆ, ਦੂਜਾ ਭਾਏ ਪਿਆਰ। ਕਰਨ ਵਾਲਾ ਰੱਬ ਵਿਸਰ ਗਿਆ, ਤੇ ਆਪਣੇ ਆਪ ਨੂੰ ਕਹਿੰਦਾ ਅਸੀਂ ਕੀਤਾ ਤੇ ਅਸੀਂ ਕਰਾਂਗੇ। ਗੱਜ ਕੇ ਆਖੋ ਸਤਿਨਾਮ ਸ੍ਰੀ। ਕਰਨੇ ਵਾਲਾ ਵਿਸਰਿਆ, ਕਰਨ ਵਾਲਾ ਭੁੱਲ ਗਿਆ। ਬਹੁਤ ਵੱਡੇ ਅਸੀਂ ਦਾਅਵੇ ਕਰਦੇ ਹਾਂ, ਔਰ ਟਲਦੇ ਨਹੀਂ ਹੈ। ਕਹਿੰਦੇ ਗੱਲ ਹੀ ਕੋਈ ਨਹੀਂ, ਪਰਵਾਹ ਹੀ ਨਾ ਕਰ। ਪਰ ਕੀ ਸਿਖਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ? ਕਹਿੰਦੇ ਮਾਤਾ, ਵੀ ਤੈਨੂੰ ਪਿਤਾ ਦੀ ਜੇ ਬਚਨਾਂ ਤੇ ਤਾਂ ਭਰੋਸਾ ਹੈ ਨਾ, ਜੋ ਪਿਤਾ ਜੀ ਨੇ ਕਹਿਤਾ ਹੋਣਾ ਹੀ ਹੈ। ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਇਹ ਸਾਰਾ ਕੁਝ ਹੋਇਆ ਵੈ ਤਾਂ ਪਿਤਾ ਜੀ ਨੇ ਕਿਹਾ। ਤੇ ਕਹਿੰਦੇ ਫਿਰ ਜੇ ਤੂੰ ਪੋਤਰੇ ਦੇ ਦਰਸ਼ਨ ਕਰਨੇ ਆ, ਫਿਰ ਮੈਨੂੰ ਨਾ ਕਹਿ ਇਹ ਗੱਲ। ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਆ, ਗੁਰੂ ਤੇਗ ਬਹਾਦਰ ਸਾਹਿਬ ਜੀ 9ਵੀਂ ਜੋਤ ਹੈ। ਪਰ ਕਹਿੰਦੇ ਕੀ ਨੇ? ਕਹਿੰਦੇ ਮਾਤਾ ਜੀ ਪੋਤਰੇ ਦੇ ਦਰਸ਼ਨ ਗੁਰੂ ਨਾਨਕ ਸਾਹਿਬ ਜੀ ਨੇ ਕਰਾਉਣੇ ਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਜੀ, ਗੁਰੂ ਨਾਨਕ ਤੁਠਾ ਕਿੰਨੀ ਦਾਤ, ਗੁੱਝੀ ਛੰਨੀ ਨਾਹੀ ਬਾਤ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹੀ ਗੱਲ ਕਹੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਇਹ ਗੁਰੂ ਨਾਨਕ ਨੇ ਦਾਤ ਦਿੱਤੀ। ਕਹਿੰਦੇ ਮਾਤਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰ, ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਤੇ ਉਹਨਾਂ ਤੁਹਾਨੂੰ ਦਰਸ਼ਨ ਕਰਾਉਣੇ। ਜਬ ਹੀ ਜਾਤ ਤਰਵੇਣੀ ਭਏ, ਪੁੰਨ ਦਾਨ ਕਰਤ ਦਿਨ ਬਿਤੇ, ਤਹੀਂ ਪ੍ਰਕਾਸ਼ ਹਮਾਰਾ ਭਇਓ। ਕੀ ਕਿਹਾ ਕਲਗੀਧਰ ਪਾਤਸ਼ਾਹ ਜੀ ਨੇ? ਕਹਿੰਦੇ ਜਦੋਂ ਮੇਰੇ ਮਾਤਾ ਪਿਤਾ ਤਰਵੇਣੀ ਪਹੁੰਚੇ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੋਜਰੀ, ਤਹੀਂ ਪ੍ਰਕਾਸ਼ ਹਮਾਰਾ ਭਇਓ। ਕਹਿੰਦੇ ਉੱਥੇ ਆ ਕੇ ਸਾਡਾ ਮਾਤਾ ਦੇ ਉਦਰ ਦੇ ਵਿੱਚ ਆਉਣਾ ਹੋਇਆ, ਪ੍ਰਕਾਸ਼ ਹੋਇਆ ਆਤਮਾ। ਤੇ ਪਟਨੇ ਸ਼ਹਿਰ ਵਿਖੇ ਭਵ ਲਿਓ। ਜਿਹੜਾ ਸਰੀਰ ਕਰਕੇ ਆਗਮਨ ਹੈ ਉਹ ਪਟਨੇ ਦੀ ਧਰਤੀ ਤੇ ਹੋਇਆ। ਇਹ ਸਤਿਗੁਰੂ ਜੀ ਆਪ ਆਪਣੀ ਰਸਨਾ ਤੋਂ ਕਹਿ ਰਹੇ ਨੇ ਵੀ ਸਾਡਾ ਜਿਹੜਾ ਆਗਮਨ ਮਾਤਾ ਦੇ ਉਦਰ ਦੇ ਵਿੱਚ ਤੇ ਤਨ ਕਰਕੇ ਸਾਡਾ ਪਟਨੇ ਦੀ ਧਰਤੀ ਤੇ ਹੋਇਆ। ਹੁਣ ਪਟਨੇ ਦੀ ਧਰਤੀ ਦੇ ਨਾਲ ਕੀ ਜੁੜਿਆ ਹੋਇਆ ਹੈ?
ਆਪਾਂ ਨੂੰ ਸਭ ਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਟਨੇ ਗਏ, ਉੱਥੇ ਸਤਿਗੁਰੂ ਜੀ ਸਾਲਸ ਰਾਏ ਜੌਹਰੀ ਨੂੰ ਮਿਲਦੇ ਆ ਤੇ 1 ਮਹੀਨਾ ਸਤਿਗੁਰੂ ਜੀ ਉੱਥੇ ਰਹਿੰਦੇ ਨੇ। ਪਰ ਜਦੋਂ ਗੁਰੂ ਪਾਤਸ਼ਾਹ ਜੀ ਇੱਥੋਂ ਚੱਲਣ ਲੱਗਦੇ ਨੇ ਤਾਂ ਫਿਰ ਉੱਥੋਂ ਦੀ ਸੰਗਤ ਬੇਨਤੀ ਕਰਦੀ ਹੈ ਸਤਿਗੁਰਾਂ ਜੀ ਨੂੰ ਵੀ ਪਾਤਸ਼ਾਹ ਸੇਵਾ ਕਰਕੇ ਹਲੇ ਅਸੀਂ ਰੱਜੇ ਨਹੀਂ, ਸਾਡਾ ਮਨ ਹੈ ਵੀ ਅਸੀਂ ਹੋਰ ਸੇਵਾ ਕਰੀਏ, ਹੋਰ ਸੇਵਾ ਕਰੀਏ। ਕਿੰਨੀ ਕੁ ਸੇਵਾ ਕਰੀਏ? ਕਹਿੰਦੇ ਜੀ ਘੱਟ ਤੋਂ ਘੱਟ 6 ਮਹੀਨੇ ਕਰੀਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ 6 ਮਹੀਨੇ ਰਹਿ ਨਹੀਂ ਸਕਦੇ, ਕਿਉਂਕਿ ਕੰਮ ਬਹੁਤ ਵੱਡਾ ਹੈ, ਸੰਸਾਰ ਦੀ ਜ਼ਿੰਮੇਵਾਰੀ ਹੈ। ਤੇ ਪਾਤਸ਼ਾਹ ਜੀ ਨੇ ਕਿਹਾ 6 ਮਹੀਨੇ ਨੇ ਤੁਹਾਨੂੰ 6 ਸਾਲ ਦੀ ਸੇਵਾ ਬਖਸ਼ਾਂਗੇ, ਪਰ ਬਖਸ਼ਾਂਗੇ 10ਵੇਂ ਜਾਮੇ ਦੇ ਵਿੱਚ। ਇਹ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਕੀਤਾ ਹੋਇਆ ਸੀ ਪਟਨੇ ਦੀ ਧਰਤੀ ਨੂੰ। ਉਦੋਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਬਸੰਬਰਪੁਰ ਨਾਂ ਸੀ ਇਹਦਾ, ਪਟਨੇ ਦਾ। ਇੱਥੇ ਸਾਲਸਰਾ ਜੌਹਰੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਤੇ ਤਹੀ ਪ੍ਰਕਾਸ਼ ਹਮਾਰਾ ਭਿਓ ਪਟਨਾ ਸ਼ਹਿਰ ਵਿਖੇ ਭਵ ਲਿਓ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਰਿਵਾਰ ਨੂੰ ਲੈ ਕੇ ਪਟਨੇ ਪਹੁੰਚੇ, ਇੱਥੋਂ ਫਿਰ ਰਾਜੇ ਬਿਸ਼ਨ ਸਿੰਘ ਨੇ ਸਤਿਗੁਰਾਂ ਜੀ ਦੀ ਮਿਹਨਤ ਕਰੀ ਕਿ ਪਹਿਲਾਂ ਮੇਰਾ ਦਾਦਾ ਮਰ ਗਿਆ ਸੀ, ਔਰੰਗਜ਼ੇਬ ਨੇ ਹੁਣ ਮੈਨੂੰ ਮਰਨ ਵਾਸਤੇ ਭੇਜਤਾ ਸ਼ਾਮ ਵੱਲ, ਤੇ ਤੁਸੀਂ ਬਚਾ ਸਕਦੇ ਹੋ। ਸਾਹਿਬ ਜੀ ਕਹਿੰਦੇ ਤੈਨੂੰ ਮਰਨ ਨਹੀਂ ਦਿੰਦੇ, ਤੇਰਾ ਇੱਕ ਵੀ ਸਿਪਾਹੀ ਨਹੀਂ ਮਰਨ ਦਿੰਦੇ, ਲੜਨ ਨਹੀਂ ਦਿੰਦੇ, ਤੇਰਾ ਸਮਝੌਤਾ ਕਰਾ ਦਾਂਗੇ, ਆ ਜਾ। ਸਾਧ ਸੰਗਤ ਜੀ, ਅਸੀਂ ਕਿੰਨੇ ਵੱਡੇ ਕਿਰਤ ਕਹਾਣਾ ਹੈ ਕਿ 11 ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਜੇ ਨੂੰ ਉਡੀਕਿਆ। 11ਵੇਂ ਦਿਨ ਪਹੁੰਚੇ ਅਸੀਂ ਚਿੱਠੀ ਆਉਣ ਤੋਂ ਬਾਅਦ। ਸਤਿਗੁਰੂ ਜੀ ਸਾਡੇ ਵੱਲ ਵੇਖਦੇ ਰਹਿੰਦੇ ਵੀ ਕਦੋਂ ਆਊਗਾ ਇਹ, ਤੇ ਸਾਡੇ ਕੋਲ ਟਾਈਮ ਹੈ ਨਹੀਂ, ਕੋਈ ਨਹੀਂ ਚੱਲ ਜਾਵਾਂਗੇ। ਬਾਬਾ ਵਿਹਲਾ ਬੈਠਿਆ, ਜਦ ਮਰਜੀ ਮਿਲ ਲਿਓ ਬਾਬੇ ਨੂੰ, ਬਾਬੇ ਨੂੰ ਕਿਹੜੇ ਕੰਮ ਹੈ ਕੋਈ। ਗੁਰਮੁਖੋ 11 ਦਿਨ ਉਡੀਕਦੇ ਰਹੇ ਸਤਿਗੁਰੂ ਜੀ। ਕੋਈ ਉਡੀਕਦਾ ਕਿਸੇ ਨੂੰ, ਨਾਲੇ ਕੰਮ ਉਹਦਾ, ਗੁਰੂ ਜੀ ਨੇ ਤਾਂ ਕੁਝ ਲੈਣਾ ਨਹੀਂ ਨਾ ਹੈਗਾ। ਉਹਦੀ ਜਾਨ ਨੂੰ ਪਈ ਹੋਈ ਹੈ, ਜਾਨ ਬਚਾਉਣੀ, ਉਹਦੀ ਕਿੰਨੀ ਫੌਜ ਮਰਦੀ ਉਹ ਬਚਾਉਣੀ, ਕੰਮ ਉਹਦਾ। ਤੇ ਤਾਂ ਵੀ ਸਤਿਗੁਰੂ ਜੀ ਬੈਠੇ ਉਡੀਕਦੇ ਰਹੇ। ਹੋਊਗਾ ਕਿਹੋ ਜਿਹਾ ਗੁਰੂ ਵੀ ਕੰਮ ਵੀ ਤੁਹਾਡਾ ਹੋਵੇ ਤੇ ਗੁਰੂ ਬੈਠੇ ਤੁਹਾਨੂੰ ਉਡੀਕੇ ਵੀ ਤੁਸੀਂ ਕਦੋਂ ਆਉਨੇ ਹੋ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਇਹ ਗੁਰੂ ਨਾਨਕ ਦਾ ਘਰ ਹੈ। ਪਾਤਸ਼ਾਹ ਜੀ ਸਾਡੇ ਵੱਲ ਵੇਖਦੇ ਰਹਿੰਦੇ। ਸਾਡੇ ਵੱਡਿਆਂ ਦੇ ਬਚਨ ਨੇ, ਕਹਿੰਦੇ ਵੀ 60 ਸਾਲ ਤੱਕ ਹਜੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਡੀਕਦੇ। ਇਹ 60 ਸਾਲ ਬਾਅਦ ਕਹਿੰਦੇ ਵੀ ਹੁਣ ਤਾਂ ਤੇਰਾ ਸਰੀਰ ਜਵਾਬ ਦੇ ਗਿਆ, ਹੁਣ ਤਾਂ ਤੈਨੂੰ ਘਰ ਦੇ ਵੀ ਜਵਾਬ ਦੇ ਗਏ, ਉਹ ਭਲਿਆ ਹੁਣ ਤਾਂ ਆ ਜਾ ਮੇਰੇ ਕੋਲ। ਪਰ ਫੇਰ ਵੀ ਟੜੀ ਜਾਂਦਾ ਹੈ, ਗੱਜ ਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਫੇਰ ਵੀ ਕਹਿੰਦਾ ਜੀ ਮੇਰੇ ਕੋਲ ਸਮਾਂ ਹੀ ਨਹੀਂ ਹੈ। ਦੇਖੋ ਨੁਕਤੇ ਨੇ। 50 ਸਾਲ ਤੱਕ ਸਾਡੀ ਜ਼ਿੰਮੇਵਾਰੀਆਂ ਜਿਹੜੀਆਂ ਨੇ ਨਾ ਉਹ ਬਹੁਤ ਸਖਤ ਹੁੰਦੀਆਂ। ਬੱਚਿਆਂ ਨੂੰ ਪਾਲਣਾ, ਪੜ੍ਹਾਉਣਾ, ਵਿਆਹੁਣਾ, ਇੱਥੇ ਤੱਕ ਕੰਮ ਜ਼ਿਆਦਾ ਹੁੰਦਾ ਹੈ। ਪਰ ਹੁਣ ਜਦੋਂ ਬੱਚੇ ਪੜ ਗਏ, ਵਿਆਹੇ ਗਏ, ਹੁਣ ਉਧਰੋਂ ਟਾਈਮ ਘਟਾ ਦਿਓ ਤੇ ਇੱਧਰ ਵਧਾ ਦਿਓ, ਬੈਲੈਂਸ ਬਰਾਬਰ ਹੋ ਜਾਊਗਾ। ਪਰ ਆਪਾਂ ਤਾਂ ਆ ਹੀ ਨਹੀਂ ਨਾ ਰਹੇ ਟਿਕਾਣੇ ਤੇ। ਹੁਣ ਉਧਰੋਂ ਘਟਾ ਦਿਓ, ਪਰਿਵਾਰ ਵੱਲੋਂ ਘਟਾ ਦਿਓ ਹੁਣ ਨਾ, ਵੀ ਠੀਕ ਆ ਬਾਈ ਹੁਣ ਬੱਚੇ ਵਿਆਹੇ ਗਏ, ਆਪਣੇ ਕੰਮ ਆਰੇ ਲੱਗ ਗਏ, ਤੇ ਤੂੰ ਹੁਣ ਫਿਕਰ ਕਰਨਾ ਛੱਡ ਦੇ ਉਹਨਾਂ ਦਾ। ਹੁਣ ਸਮਾਂ ਵੀ ਇੱਧਰ ਵਧਾ ਦੇ ਤੇ ਮਾਇਆ ਵੀ ਇੱਧਰ ਵਧਾ ਦੇ। ਪਹਿਲਾਂ ਤੈਨੂੰ ਜ਼ਿਆਦਾ ਲੋੜ ਸੀ, ਘਰ 'ਚ ਬਥੇਰੀ ਵਰਤ ਲਈ, ਹੁਣ ਇੱਧਰ ਵਧਾ ਦੇ ਥੋੜੀ ਜੀ। ਪਰ ਨਾ, ਇੱਧਰ ਨਹੀਂ ਦਸਾਂ ਤੋਂ ਟੱਪਦਾ, ਗੱਜ ਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਨਾਲੇ ਜਿਹੜੀ ਛਾਪ ਪਾਉਣੀ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਨ੍ਹਾਂ ਦੀ ਛਾਪਾਂ ਪੈ ਰਹੀਆਂ, ਜੋ ਮਰਜ਼ੀ ਕਰ ਲੋ, ਕਹਿਣਾ ਤਾਂ ਇਹੀ ਹੈ ਬਾਪੂ ਨੇ ਕੀ ਕਰਿਆ ਹੈ। ਗੱਲ ਤਾਂ ਇਹੀ ਕਹਿਣੀ ਹੈ, ਪੁੱਤ ਨੂੰ ਨੇ ਜੋ ਮਰਜ਼ੀ ਕਰੀ ਜਾਓ, ਛਾਪ ਨਹੀਂ ਪਾਉਂਦੇ ਤੁਹਾਨੂੰ ਵੀ ਬਾਪੂ ਨੇ ਬਹੁਤ ਵਧੀਆ ਕਰਿਆ। ਮੈਂ ਤਾਂ ਅੱਜ ਤੱਕ ਕੰਨ 'ਚ ਸੁਣਿਆ ਨਹੀਂ ਕਿ ਸਾਡੇ ਬਾਪੂ ਨੇ ਬਹੁਤ ਵਧੀਆ ਕਰਿਆ, ਗੱਜ ਖੇ ਆਖੋ ਸਤਨਾਮ। ਸਾਰੇ ਇਹੀ ਕਹਿਣਗੇ ਸਾਡੇ ਬਾਪੂ ਨੇ ਕੀ ਕਰਿਆ, ਸਾਡੇ ਨਾਲ ਤਾਂ ਧੱਕਾ ਹੀ ਕਰਿਆ। ਗੁਰਮੁਖੋ ਹੁਣ ਇੱਧਰ ਕਰ ਲਓ, ਕੁਝ ਸਮਾਂ ਵਧਾ ਦਿਓ, ਮਾਇਆ ਦਾ ਦਸਵੰਧ ਇੱਧਰ ਵਧਾ ਦਿਓ। ਹੁਣ ਠੀਕ ਹੈ, ਲੋੜ ਸੀ ਬਥੇਰਾ ਕਮਾਇਆ, ਦਿਆ ਹੀ ਹੈ, ਘਰ ਭਰਿਆ ਹੀ ਹੈ, ਬੈਲੈਂਸ ਬਰਾਬਰ ਹੋ ਜਾਊਗਾ।
ਪਾਤਸ਼ਾਹ ਜੀ ਕਹਿੰਦੇ ਓਏ 60 ਸਾਲ ਦਾ ਹੋ ਗਿਆ, ਹੁਣ ਤੇ ਰਿਟਾਇਰ ਵੀ ਹੋ ਗਿਆ, ਹੁਣ ਤੇ ਆ ਜਾ। ਕਹਿੰਦਾ ਹਲੇ ਟਾਈਮ ਨਹੀਂ ਮੇਰੇ ਕੋਲ। ਬਾਬਾ ਉਡੀਕਦਾ ਰਹਿੰਦਾ। 11 ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਡੀਕਿਆ। ਫਿਰ ਪਾਤਸ਼ਾਹ ਜੀ ਨੇ ਕਿਹਾ ਵੀ ਬਿਸ਼ਨ ਸਿਆਂ ਤੂੰ ਫਿਕਰ ਨਾ ਕਰ, ਅਸੀਂ ਤੇਰੇ ਨਾਲ ਚੱਲਾਂਗੇ, ਨਾਲ ਚੱਲਣਾ ਤੇਰੇ। ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਜਾਣ ਨੂੰ ਤਿਆਰ ਹੋ ਗਏ, ਪਰਿਵਾਰ ਤਿਆਰ ਹੋ ਗਿਆ, ਫਿਰ ਮਾਈਆਂ ਨੇ ਆ ਕੇ ਕਿਹਾ ਵੀ ਪਾਤਸ਼ਾਹ ਐਂ ਠੀਕ ਨਹੀਂ ਹੈ ਕਿ ਮਾਤਾ ਗੁਜਰੀ ਜੀ ਦੀ ਜਿਹੜੀ ਹਾਲਤ ਹੈ ਨਾ ਉਹ ਸਫਰ ਵਾਲੀ ਨਹੀਂ ਹੈ, ਮਾਤਾ ਜੀ ਨੂੰ ਸਾਡੇ ਕੋਲ ਰਹਿਣ ਦਿਓ। ਸਾਹਿਬ ਜੀ ਕਹਿੰਦੇ ਠੀਕ ਹੈ ਭਾਈ। ਬਚਨ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸੇਵਾ ਬਖਸ਼ਣ ਦਾ, ਉਹੀ ਹੁਣ 9ਵੀਂ ਜੋਤ ਹੈ। ਤੇ ਇਉਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਛੱਡ ਕੇ ਇੱਥੇ ਸੰਗਤ ਦੇ ਕੋਲ ਆਪ ਚਲੇ ਗਏ ਸੀ ਅਸਾਮ ਨੂੰ। ਤਾਂ ਹੁਣ ਮਾਤਾ ਜੀ ਉੱਥੇ ਰਹਿ ਰਹੇ ਨੇ। ਤਾਂ ਫਿਰ ਅੱਜ ਦੇ ਦਿਨ ਆਇਆ ਗੁਰਮੁਖੋ, ਉਹ ਸੂਦੀ 7ਵੀਂ 1668 ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰੇ ਸਤਿਗੁਰਾਂ ਜੀ ਦਾ ਆਗਮਨ ਹੋਇਆ ਮਾਤਾ ਗੁਜਰੀ ਜੀ ਦੀ ਕੁੱਖੋਂ। 1:30 ਵਜੇ ਦਾ ਸਮਾਂ ਇਤਿਹਾਸਕਾਰਾਂ ਨੇ ਲਿਖਿਆ, ਰਾਤ ਦੇ 1:30 ਵਜੇ ਦਾ। ਉੱਥੇ ਕਿਹੜਾ ਕੋਈ ਸੁੱਤਾ ਸੀ, ਸਾਰੇ ਜਾਗ ਰਹੇ ਸਨ, ਮਾਈਆਂ ਜਾਗ ਰਹੀ, ਭਾਈ ਜਾਗ ਰਹੇ, ਸਾਰੇ ਸੇਵਾ 'ਚ ਲੱਗੇ ਹੋਏ। ਇੰਨੀ ਰੋਸ਼ਨੀ ਕੀਤੀ ਹੋਏ ਵੀ ਰਾਤ ਨੂੰ ਵੀ ਦਿਨੇ ਬਣਿਆ ਹੋਇਆ। ਇਹ ਸੀ ਸਮਾਂ। ਹੁਣ ਦੇਖੋ ਸੱਚੀ ਲਗਨ ਵਾਲਿਆਂ ਦੀ ਗੱਲ, ਸੱਚੀ ਲਗਨ, ਜਿਹੜੇ ਸੱਚੇ ਨੇ। ਗੱਲ ਸਰੀਰ ਦੀ ਨਹੀਂ ਹੈ, ਜਾਤ ਦੀ ਨਹੀਂ, ਬਰਾਦਰੀ ਦੀ ਨਹੀਂ, ਮਜ਼ਹਬ ਦੀ ਨਹੀਂ, ਦੇਸ਼ ਦੀ ਨਹੀਂ, ਕੋਈ ਗੱਲ ਨਹੀਂ ਹੈ। ਗੱਲ ਤਾਂ ਸੱਚੀ ਲਗਨ ਦੀ ਹੈ। ਜੇ ਕਿਸੇ ਦੀ ਬਣ ਗਈ ਤਾਂ ਇੱਕ ਪੀਰ ਹੈ ਭੀਖਣ ਸ਼ਾਹ। ਪੀਰ ਜਿਹੜਾ ਹੈ ਉਹ ਇੱਕ ਸਤਿਕਾਰਯੋਗ ਸ਼ਬਦ ਹੈ ਇਸਲਾਮ ਦੇ ਅੰਦਰ। ਜਿਵੇਂ ਸਾਡੇ ਸਿੱਖ ਧਰਮ ਦੇ ਵਿੱਚ ਆਪਾਂ ਸੰਤ ਜੀ ਕਹਿੰਦੇ ਆ ਨਾ, ਉਹ ਪੀਰ ਕਹਿੰਦੇ ਨੇ। ਉਹ ਕੋ ਪੀਰ ਇਹ ਨਹੀਂ ਹੈ ਵੀ ਜਿਹੜਾ ਆਪਾਂ ਬਣਾਉਂਦੇ ਆ ਵੀ ਉਹੀ ਪੀਰ ਹੁੰਦਾ, ਨਹੀਂ ਨਹੀਂ। ਪੀਰ ਹੁੰਦਾ ਸਤਿਕਾਰਯੋਗ। ਭੀਖਣ ਸ਼ਾਹ ਜੀ ਬੜੇ ਸਤਿਕਾਰਯੋਗ ਨੇ ਇਸਲਾਮ ਦੇ ਅੰਦਰ। ਇਹ ਸੂਫੀ ਫਕੀਰ ਜਿਹੜੇ ਨੇ ਇਹ ਕੱਟੜ ਨਹੀਂ ਹੁੰਦੇ, ਕਿ ਜਿੱਥੋਂ ਕੋਈ ਚੀਜ਼ ਮਿਲਦੀ ਹੈ ਲੈ ਲੈਂਦੇ। ਤੇ ਸੁੰਨੀ ਤੇ ਸ਼ੀਆ ਜਿਹੜੇ ਬੜੇ ਕੱਟੜ ਹੁੰਦੇ ਨੇ, ਇਹ ਆਪਸ ਵਿੱਚ ਹੀ ਲੜੀ ਜਾਂਦੇ। ਇਹ ਸੂਫੀ ਫਕੀਰ ਸੀ। ਕਿ ਜਦੋਂ ਇਹਨੇ ਅੱਜ ਆਪਣੀ ਨਵਾਜ਼ ਪੜ੍ਹ ਕੇ ਸਿਜਦਾ ਕੀਤਾ ਨਾ, ਇਹਨੇ ਪੂਰਬ ਦਿਸ਼ਾ ਵੱਲ ਕਰਤਾ। ਕਿ ਨਾਲ ਦੇ ਚੇਲਿਆਂ ਨੂੰ ਹੋ ਗਿਆ ਸ਼ੰਕਾ ਵੀ ਕਿਤੇ ਭੁੱਲ ਕੇ ਨਾ ਕਰ ਦਿਆ ਹੋਵੇ। ਪਰ ਜਦੋਂ ਬਾਰ-ਬਾਰ ਕਰੀ ਜਾਂਦਾ, ਫਿਰ ਚੇਲਿਆਂ ਨੇ ਪੁੱਛ ਲਿਆ, ਕਹਿੰਦੇ ਪੀਰ ਜੀ ਅੱਜ ਕੀ ਕਰੀ ਜਾਂਦੇ? ਅੱਜ ਪੁੱਠੀਆਂ ਹੀ ਨਵਾਜ਼ਾਂ ਪੜ੍ਹਨੀਆਂ ਸ਼ੁਰੂ ਕਰਤੀਆਂ। ਕਹਿੰਦੇ ਕੀ ਹੋ ਗਿਆ ਭਾਈ? ਕਹਿੰਦੇ ਆਪਾਂ ਪੱਛਮ ਵੱਲ ਨੂੰ ਸਿਜਦਾ ਕਰਦੇ ਹੁੰਦੇ ਆ, ਪੂਰਬ ਵੱਲ ਤਾਂ ਹਿੰਦੂ ਕਰਦੇ ਆ। ਉਹ ਕਹਿੰਦੇ ਭਾਈ ਜਿਹਦੇ ਬਾਰੇ ਕਹਿੰਦੇ ਸੀ ਨਾ ਪੱਛਮ 'ਚ ਹੈ, ਅੱਜ ਪੂਰਬ ਦੇ ਵਿੱਚੋਂ ਪ੍ਰਗਟ ਹੋ ਗਿਆ। ਗੱਜ ਕੇ ਆਖੋ ਸਤਿਨਾਮ। ਮੈਂ ਭੁਲੇਖੇ ਨਾਲ ਨਹੀਂ ਕਰ ਰਿਹਾ, ਮੈਂ ਸੱਚਾ ਹਾਂ। ਮੈਨੂੰ ਅੱਜ ਪਤਾ ਲੱਗ ਗਿਆ ਵੀ ਮਾਲਕ ਕਿੱਧਰ ਪ੍ਰਗਟ ਹੋ ਗਿਆ। ਦੀਨ ਦੁਨੀਆ ਦਾ ਮਾਲਕ ਪ੍ਰਗਟ ਹੋ ਗਿਆ। ਕਿੱਥੇ ਗੁਰਮੁਖੋ ਕੜਾਮ, ਕਿੱਥੇ ਪਟਨੇ ਦੀ ਧਰਤੀ। ਜਦੋਂ ਉਹਨੂੰ ਪਤਾ ਚੱਲਿਆ ਨਾ, ਉਹ ਨਾਲ ਦੀ ਨਾਲ ਤੁਰ ਪਿਆ ਇੱਥੋਂ। ਕਹਿੰਦਾ ਜਾ ਕੇ ਦਰਸ਼ਨ ਕਰਨਾ ਹੈ। ਜਿਨ੍ਹਾਂ ਦੇ ਅੰਦਰ ਸੱਚੇ ਸਿੱਖ ਹੈ ਨਾ, ਜਿਨ੍ਹਾਂ ਦੇ ਅੰਦਰ ਸੱਚੀ ਲਗਨ ਹੈ, ਉਹ ਫਿਰ ਦੇਖਦੇ ਨਹੀਂ, ਸਮੇਂ ਨੂੰ ਨਹੀਂ ਵੇਖਦੇ। ਉਹ ਐ ਨਹੀਂ ਵੇਖਦੇ ਮੈਂ ਕਿਵੇਂ ਜਾਵਾਂ, ਕਿੰਨਾ ਲੰਮਾ ਸਫ਼ਰ ਹੈ। ਉਹ ਨਾਲ ਦੇ ਨਹੀਂ ਵੇਖਦੇ ਮੇਰੇ ਨਾਲ ਕੋਈ ਜਾਊਗਾ ਕਿ ਨਹੀਂ ਜਾਊਗਾ। ਨਹੀਂ, ਉਹਨੇ ਆਪਣੀ ਸੋਟੀ ਚੁੱਕ ਕੇ ਤੁਰ ਪਿਆ। ਇਹ ਦੇਖ ਲਓ ਵੀ ਦਰਸ਼ਨ ਕਰਨ ਵਾਸਤੇ ਉਹ ਪਟਨੇ ਦੀ ਧਰਤੀ ਤੇ ਪਹੁੰਚ ਗਿਆ। ਜਿਨ੍ਹਾਂ ਦੇ ਅੰਦਰ ਸੱਚੀ ਲਗਨ ਹੈ, ਜਿਹਨੂੰ ਇਹ ਪਤਾ ਹੈ ਵੀ ਗੁਰੂ ਤੇ ਪਰਮੇਸ਼ਰ ਦੋ ਨਹੀਂ ਹੁੰਦੇ, ਇੱਕੋ ਹੀ ਹੁੰਦੇ ਨੇ। ਗੁਰੂ ਹੀ ਪਰਮੇਸ਼ਰ ਹੈ, ਪਰਮੇਸ਼ਰ ਹੀ ਗੁਰੂ। ਜਿਹਨੂੰ ਪਤਾ ਚੱਲ ਗਿਆ, ਉੱਥੇ ਜਾ ਕੇ ਉਹਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਸ਼ਨ ਕੀਤਾ। ਔਰ ਵੱਖਰੇ ਅੰਦਾਜ਼ ਦੇ ਵਿੱਚ। ਪਹਿਲੀ ਗੱਲ ਤਾਂ ਸਹਿਮਤੀ ਨਹੀਂ ਬਣੀ, ਪਰ ਜਦੋਂ ਸਹਿਮਤੀ ਬਣੀ ਕਹਿੰਦੇ ਵੀ ਚਲੋ ਕੋਈ ਨਹੀਂ, ਦਰਸ਼ਨ ਕਰਵਾ ਦਿਓ, ਦੂਰ ਖੜੇ ਦਰਸ਼ਨ ਕਰਵਾ ਦਿਓ। ਤਾਂ ਇਹਨੇ 2 ਕੂਜੀਆਂ ਅੱਗੇ ਕਰ ਲਈਆਂ।
ਤੇ ਅਰਦਾਸ ਕਰਦਾ ਵੀ ਮਹਾਰਾਜ ਕਰ ਦਿਓ ਕਿਰਪਾ। ਹੁਣ ਕਿਸੇ ਨੂੰ ਤਾਂ ਕੁਝ ਨਹੀਂ ਪਤਾ ਵੀ ਇੱਥੇ ਕੀ ਹੋਇਆ, ਇਹ ਤਾਂ ਉਹਨੂੰ ਪਤਾ ਸੀ। ਜਿਹਨੂੰ ਕਢਾਮ ਬੈਠੇ ਨੂੰ ਪਤਾ ਲੱਗ ਗਿਆ ਨਾ ਅਗਲੀ ਗੱਲ ਦਾ ਵੀ ਉਹਨੂੰ ਪਤਾ ਸੀ। ਆਪਾਂ ਤਾਂ ਹੁਣ ਤੱਕ ਸੋਚੀ ਜਾਂਦੇ, ਆਪਾਂ ਤਾਂ ਵੀ ਨਹੀਂ ਸਮਝ ਵਿੱਚ ਆਉਂਦੀ, ਹੁਣ ਵੀ ਨਹੀਂ ਸਮਝ ਆਉਂਦੀ। ਪਰ ਉਹ ਅਨੁਭਵੀ ਪੁਰਸ਼, ਜਦੋਂ ਉਹਨੇ ਸਾਰਾ ਕੰਮ ਕਰ ਲਿਆ, ਫਿਰ ਨਾਲ ਦਿਆਂ ਨੂੰ ਪੁੱਛਿਆ ਵੀ ਅੱਜ ਤੱਕ ਕਿਸੇ ਨੇ ਇਸ ਤਰ੍ਹਾਂ ਕੀਤਾ ਨਹੀਂ। ਪਹਿਲੀ ਗੱਲ ਤਾਂ ਇੱਕ ਮੁਸਲਮਾਨ ਫਕੀਰ ਜਿਹੜਾ ਉਹ ਆ ਕੇ ਇੱਕ ਹਿੰਦੂ ਨੂੰ ਸਿਜਦਾ ਕਰੇ, ਕਿਉਂਕਿ ਗੁਰੂਆਂ ਨੂੰ ਹਿੰਦੂ ਕਹਿੰਦੇ ਨੇ ਤੁਰਕ ਜਿਹੜੇ ਨੇ। ਤੁਰਕਾਂ ਨੇ ਸਤਿਗੁਰਾਂ ਜੀ ਨੂੰ ਹਿੰਦੂ ਸ਼੍ਰੇਣੀ ਵਿੱਚ ਹੀ ਰੱਖਿਆ ਹੋਇਆ ਵੀ ਖੱਤਰੀ ਵੀ ਤਾਂ ਹਿੰਦੂ ਹੁੰਦੇ ਨੇ। ਅਸੀਂ ਖੁਦ ਮੰਨੀ ਬੈਠੇ ਹਾਂ, ਕਹਿੰਦੇ ਸਾਡੇ ਵੱਡੇ ਹਿੰਦੂ ਹੀ ਹੁੰਦੇ ਸੀ। ਚਲੋ ਜੋ ਮਰਜ਼ੀ ਕਹਿ ਲਓ, ਪਰ ਆਹ ਸਾਹਮਣੇ ਜਿਹੜੇ ਬੈਠੇ ਆ ਪਾਤਸ਼ਾਹ, ਇਹਨੂੰ ਪੁੱਛ ਲਿਆ ਕਰੋ ਵੀ ਮੈਂ ਠੀਕ ਬੋਲਦਾ ਕਿ ਨਹੀਂ। ਤੇਰਾ ਮਾਲਕ ਤੈਨੂੰ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਨਾ ਕਹਿੰਦੇ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ, ਮੈਂ ਤੇ ਹੈ ਹੀ ਨਹੀਂ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਜ਼ ਧਰੋਂ ਕੇ ਪਿਆਰ। ਅਸੀਂ ਤਾਂ ਬੰਦੇ ਹਾਂ ਖੁਦਾ ਦੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਬੰਦੇ ਹੈ, ਬੰਦੇ ਬਣ ਕੇ ਰੋ। ਨਾ ਹਿੰਦੂ ਨਾ ਮੁਸਲਮਾਨ, ਨਾ ਤਾਂ ਅਸੀਂ ਹਿੰਦੂ ਮੁਸਲਮਾਨ ਹੈ, ਕੁਝ ਵੀ ਨਹੀਂ ਹਾਂ। ਕਿਉਂਕਿ ਆਪਾਂ ਦਾਵਾ ਨਹੀਂ ਕਰ ਸਕਦੇ, ਕਿਉਂਕਿ ਸਰੀਰ ਜਿਹੜਾ ਜੀਓ ਪਾਏ ਪਿੰਡ ਜਿਨ ਸਾਜਾ ਦਿੱਤਾ ਪਹਿਨਣ ਖਾਣ। ਜੀਵਾਤਮਾ ਉਹਦੀ ਹੈ, ਸਰੀਰ ਉਹਦਾ। ਆਪਾਂ ਕਿਵੇਂ ਦਾਵਾ ਕਰ ਸਕਦੇ ਵੀ ਆਪਾਂ ਕੀ ਹੈ। ਇਸ ਕਰਕੇ ਆਪਾਂ ਸਿੱਖ ਹੈ। ਸਿੱਖ ਕਿਉਂ ਹੈ? ਇਹ ਜਿਹੜਾ ਸਿੱਖ ਹੈ ਨਾ, ਇਹ ਕਿਸੇ ਕਮਿਊਨਿਟੀ ਨਾਲ, ਕਿਸੇ ਸੰਪਰਦਾਇ ਦਾ ਸ਼ਬਦ ਨਹੀਂ ਹੈ। ਸਿੱਖ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤਿਆ ਗਿਆ ਨਾ, ਉਹਦਾ ਸੰਬੰਧ ਪੂਰੇ ਵਰਲਡ ਦੇ ਜੀਵਾਂ ਨਾਲ ਹੁੰਦਾ ਹੈ, ਪੂਰੇ ਵਰਲਡ ਦੇ। ਆਪਾਂ ਤੈਨੂੰ ਸੀਮਤ ਕਰ ਲਿਆ ਨਾ ਸਿੱਖ ਨੂੰ, ਵੀ ਮੈਂ ਸਿੱਖ ਬਣ ਗਿਆ ਜੀ, ਬਸ ਸਿੱਖ ਹੈ, ਅਸੀਂ ਸਿੱਖ ਹੈ। ਨਹੀਂ ਨਹੀਂ ਗੁਰਮੁਖੋ, ਆਪਾਂ ਸਾਰੇ ਸਿੱਖ ਹੈ। ਸਿੱਖ ਕਿਵੇਂ ਹੈ? ਦਾੜੀ ਕੇਸ ਰੱਖਣ ਕਰਕੇ ਨਹੀਂ, ਕਿਰਪਾਨ ਭਰ ਕੇ ਨਹੀਂ। ਸਿੱਖ ਦਾ ਅਰਥ ਹੈ ਸਿੱਖਣ ਵਾਲਾ। ਅਸੀਂ ਦੇਖਣਾ, ਸੁਣਨਾ, ਉੱਠਣਾ, ਬੈਠਣਾ, ਖਾਣਾ, ਪੀਣਾ, ਪਹਿਨਣਾ, ਸਾਰਾ ਕੁਝ ਇਸੇ ਧਰਤੀ ਤੇ ਸਿੱਖਿਆ ਨਾ, ਤੇ ਸਿੱਖ ਰਹੇ ਆ। ਤੇ ਜਦੋਂ ਤੱਕ ਜਿਉਂਦੇ ਆ ਸਿੱਖਦੇ ਰਹਾਂਗੇ। ਗੱਜ ਕੇ ਆਖੋ ਸਤਿਨਾਮ ਸ੍ਰੀ। ਸਿੱਖ ਦਾ ਅਰਥ ਹੈ ਮਨੁੱਖ ਅਸਲੀ। ਬਾਕੀ ਤਾਂ ਆਪਾਂ ਸਭ ਕੁਝ ਬਣੇ ਹੋਏ ਆ, ਮਨੁੱਖ ਸਿੱਖਣ ਵਾਲਾ। ਇਸ ਕਰਕੇ ਗੁਰੂ ਜੀ ਨੇ ਕਿਹਾ ਵੀ ਸਿੱਖ, ਵੀ ਭਾਈ ਤੂੰ ਇੱਥੇ ਸਿੱਖਿਆ ਨਾ ਸਾਰਾ ਕੁਝ। ਹੁਣ ਜਿਹੜੇ ਸਕੂਲ 'ਚ ਆਪਾਂ ਪੜ੍ਹਦੇ ਇਹੀ ਕਹਿੰਦੇ ਵੀ ਮੈਂ ਤਾਂ ਇੱਥੇ ਪੜ੍ਹਿਆ ਜੀ, ਜਿਹੜੇ 'ਚ ਪੜ੍ਹਿਆ ਉਸੇ ਕਹੂੰਗਾ ਨਾ। ਆਪਾਂ ਇੱਥੇ ਹੀ ਸਿੱਖਿਆ ਸਾਰਾ ਕੁਝ, ਸਿੱਖ ਰਹੇ ਹਾਂ ਤੇ ਸਿੱਖਦੇ ਰਹਾਂਗੇ। ਇਸ ਕਰਕੇ ਅਸੀਂ ਆ ਕੀ ਸਿੱਖ। ਹਰ ਇੱਕ ਮਨੁੱਖ ਜਿਹੜਾ ਐ ਜੇ ਸਿੱਖ ਹੈ, ਆਪਾਂ ਇੱਥੇ ਸਿੱਖਦੇ ਆ। ਤੇ ਉਹਨਾਂ ਨੇ ਵੀ ਇਸ ਕਰਕੇ ਕਿਹਾ, ਕਹਿੰਦਾ ਜੀ ਮੈਂ ਪੁੱਛਿਆ ਸਤਿਗੁਰਾਂ ਜੀ ਨੂੰ ਵੀ ਤੁਸੀਂ ਕਿਹਦਾ ਪੱਖ ਕਰੋਗੇ, ਹਿੰਦੂ ਦਾ ਜਾਂ ਤੁਸੀਂ ਤੁਰਕ ਦਾ। ਉਹ ਕਹਿੰਦਾ ਵੀ ਪਾਤਸ਼ਾਹ ਜੀ ਨੇ ਦੋਵੇਂ ਕੂਜਿਆਂ ਤੇ ਹੱਥ ਰੱਖਦੇ ਕਿ ਅਸੀਂ ਤਾਂ ਨਾ ਕਿਸੇ ਦੇ ਪੱਖ 'ਚ ਹੈ, ਨਾ ਕਿਸੇ ਦੇ ਅਸੀਂ ਵਿਰੁੱਧ ਹੈ, ਅਸੀਂ ਦੋਵਾਂ ਦੇ ਗਵਾਹ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਾ ਤਾਂ ਅਸੀਂ ਪੱਖ 'ਚ ਹੈ ਕਿਸੇ ਦੇ, ਨਾ ਅਸੀਂ ਵਿਰੋਧ 'ਚ, ਅਸੀਂ ਤਾਂ ਗਵਾਹ ਹੈ, ਦੋਵਾਂ ਦਾ ਗਵਾਹ ਹੈ। ਗੁਰੂ ਨਾਨਕ ਸਾਹਿਬ ਜੀ ਦੋਵਾਂ ਦੇ ਗਵਾਹ ਨੇ। ਤੇ ਉਹ ਗੁਰਮੁਖ ਉੱਥੇ ਜਾ ਕੇ ਦਰਸ਼ਨ ਕਰਾਇਆ। ਤਕਰੀਬਨ 6 ਸਾਲ ਦਾ ਸਮਾਂ ਇਤਿਹਾਸਕਾਰਾਂ ਨੇ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਰਹੇ। ਫਿਰ ਸਤਿਗੁਰੂ ਜੀ ਇੱਥੇ ਆਪਣੇ ਨਾਨਕੇ ਪਿੰਡ ਦਖਨੌਰ ਸਾਹਿਬ ਰਹਿੰਦੇ ਥੋੜਾ ਦੇਰ, ਇੱਥੇ ਭੀਖਣ ਸ਼ਾਹ ਮਿਲਦਾ ਹੈ। ਫਿਰ ਸਤਿਗੁਰੂ ਜੀ ਆ ਜਾਂਦੇ ਨੇ ਇਸ ਪੰਜਾਬ ਦੇ ਵਿੱਚ। ਬੜਾ ਲੰਮਾ ਇਤਿਹਾਸ ਹੈ। ਇਤਨੇ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਉਹਨਾਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਗਾ ਵਿਵੇਕ, ਹੇ ਅਪਰੰਪਰ ਹਰਿ ਹਰੇ ਹਾਇ ਪੀ ਹੋਵਨ ਹਾਰ, ਹੇ ਸੰਤਨ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ
ਨਿਰਗੁਣ ਗੁਣ ਨਹੀਂ। ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।